ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਗੁਰ ਭਾਰੀ ਜੀਵਨੀ ਗੁਰੂ ਹਰਗੋਬਿੰਦ ਜੀ, ਭਾਗ ਚੌਥਾ, ਪੰਨਾ ਨੰਬਰ 53। ਪੰਜਾਬ ਤੋਂ ਬਾਹਰ। ਕਸ਼ਮੀਰ ਵੱਲ ਜਾਣਾ। ਦੁਆਬੇ ਦੇ ਦੌਰੇ ਤੋਂ ਵਾਪਸ ਮੁੜਦਿਆਂ ਗਰਮੀ ਦੇ ਮਹੀਨੇ ਆ ਗਏ ਤੇ ਆਪ ਕਸ਼ਮੀਰ ਵੱਲ ਚੱਲ ਗਏ। ਕਸ਼ਮੀਰ ਵਿੱਚ ਸਿੱਖੀ ਦਾ ਪ੍ਰਚਾਰ ਭਾਈ ਸੇਵਾਦਾਸ, ਭਾਈ ਮਾਧੋ ਤੇ ਭਾਈ ਕਟੂ ਸ਼ਾਹ ਦਿਨ ਰਾਤ ਇੱਕ ਕਰਕੇ ਕਰ ਰਹੇ ਸਨ। ਭਾਈ ਸੇਵਾਦਾਸ ਦੀ ਬਿਰਧ ਮਾਤਾ ਤਰਲੇ ਤੇ ਅਰਜ਼ੋਈਆਂ ਕਰ ਕਰ ਭੇਜਦੀ ਸੀ ਕਿ ਸ਼੍ਰੀਨਗਰ ਦਰਸ਼ਨ ਦੇ ਕੇ ਉਸਦੇ ਹੱਥਾਂ ਦੇ ਬਣੇ ਹੋਏ ਕੁਰਤੇ ਨੂੰ ਸਵੀਕਾਰ ਕਰਨ। ਮਹਾਰਾਜ ਸਿਆਲਕੋਟ ਗਏ। ਸਿਆਲਕੋਟ ਨੂੰ ਰਾਜਾ ਸੱਲ ਨੇ ਵਸਾਇਆ ਸੀ ਤੇ ਗਜਨੀ ਦੇ ਹੱਲੇ ਤੱਕ ਪੰਜਾਬ ਦੀ ਇਹ ਹੀ ਰਾਜਧਾਨੀ ਸੀ। ਸਿਆਲਕੋਟ ਵਿਦਵਾਨਾਂ ਦਾ ਸ਼ਹਿਰ ਕਰਕੇ ਵੀ ਪ੍ਰਸਿੱਧ ਸੀ। ਸਮੇਂ ਦੇ ਪ੍ਰਸਿੱਧ ਸੰਤ, ਵਿਦਵਾਨ, ਫਕੀਰ ਤੇ ਖਾਸ ਕਰ ਮੌਲਵੀ ਅਬਦੁਲ ਹਕੀਮ ਤੇ ਕਈ ਫਕੀਰ ਆਪ ਜੀ ਨੂੰ ਮਿਲੇ ਤੇ ਗੋਸ਼ਟੀਆਂ ਹੋਈਆਂ। ਸਿਆਲਕੋਟ ਹੀ ਪਥਰੀਲੀ ਧਰਤੀ ਵਿੱਚ ਆਪਣੇ ਨੇਜ਼ੇ ਨਾਲ ਜਲ ਕੱਢਿਆ, ਜਿੱਥੇ ਪਿੱਛੋਂ ਸਰੋਵਰ ਬਣਾਇਆ ਗਿਆ। ਉੱਥੇ ਹੀ ਆਪ ਜੀ ਨੇ ਬਚਨ ਕੀਤੇ ਕਿ ਜੋ ਕੁਕਰਮਾਂ ਦਾ ਪਛਤਾਵਾ ਕਰ ਲਵੇ ਉਸਨੂੰ ਖਿਮਾ ਪ੍ਰਾਪਤ ਹੁੰਦੀ ਹੈ। ਮੀਰਪੁਰ ਤੋਂ ਹੋ ਕੇ ਸ਼੍ਰੀਨਗਰ ਪੁੱਜੇ। ਜਹਾਂਗੀਰ ਅਜੇ ਕਸ਼ਮੀਰ ਵਿੱਚ ਹੀ ਸੀ। ਭਾਈ ਸੇਵਾਦਾਸ ਦੇ ਘਰ ਆਪ ਜੀ ਨੇ ਟਿਕਾਣਾ ਕੀਤਾ ਤੇ ਉਸ ਚੋਲੇ ਦੀ ਮੰਗ ਕੀਤੀ ਜੋ ਸੇਵਾਦਾਸ ਦੀ ਬਿਰਧ ਮਾਤਾ ਭਾਗ ਭਰੀ ਨੇ ਉਹਨਾਂ ਲਈ ਬਣਾ ਕੇ ਰੱਖਿਆ ਸੀ। ਸੰਗਤਾਂ ਦੂਰੋਂ ਨੇੜਿਓਂ ਮਹਾਰਾਜ ਦਾ ਆਉਣਾ ਸੁਣ ਕੇ ਇਕੱਠੀਆਂ ਹੋਣ ਲੱਗੀਆਂ। ਗੁਰੂ ਨਾਨਕ ਜੀ ਬਾਅਦ ਆਪ ਹੀ ਕਸ਼ਮੀਰ ਪਧਾਰੇ ਸਨ, ਸੋ ਲੋਕਾਂ ਵਿੱਚ ਉਤਸ਼ਾਹ ਦਾ ਹੋਣਾ ਸੁਭਾਵਕ ਸੀ। ਗੁਰੂ ਹਰਗੋਬਿੰਦ ਜੀ ਨੇ ਆਪਣਾ ਟਿਕਾਣਾ ਸ਼ਾਲੀਮਾਰ ਰੱਖਿਆ। ਨਿਸ਼ਾਂਤ ਬਾਗ ਜਹਾਂਗੀਰ ਦਾ ਕੈਂਪ ਸੀ। ਗਰੀਬ ਦਾ ਮੂੰਹ, ਗੁਰੂ ਦੀ ਗੋਲਕ। ਕਸ਼ਮੀਰ ਵਿੱਚ ਸਿੱਖੀ ਦਾ ਰਾਹ ਸੁਖਾਲਾ ਕਰਦੇ ਰਹੇ। ਸੰਗਤਾਂ ਦੂਰੋਂ ਨੇੜਿਓਂ ਭੇਟਾਵਾਂ ਲੈ ਕੇ ਹਾਜ਼ਰ ਹੁੰਦੀਆਂ। ਸੰਗਤਾਂ ਸ਼ਹਿਦ ਤੇ ਫਲ ਤੇ ਹੋਰ ਭੇਟਾਵਾਂ ਲੈ ਕੇ ਜਥਿਆਂ ਦੀ ਸ਼ਕਲ ਵਿੱਚ ਆ ਰਹੀਆਂ ਸਨ। ਇੱਕ ਜਥੇ ਵਿੱਚ ਭਾਈ ਕਟੂ ਸ਼ਾਹ, ਜੋ ਪਰਮ ਪੁਰਖ ਤੇ ਤਿਆਗੀ ਪੁਰਖ ਸਨ, ਵੀ ਆ ਰਹੇ ਸਨ। ਰਾਹ ਵਿੱਚ ਭਾਈ ਕਟੂ ਜੀ ਦਾ ਸਾਹ ਰੁਕਣ ਲੱਗਾ ਤੇ ਉਹਨਾਂ ਸ਼ਹਿਦ ਦੀਆਂ ਕੁਝ ਬੂੰਦਾਂ ਜਥੇਦਾਰਾਂ ਕੋਲ ਮੰਗੀਆਂ। ਮੁਖੀ ਨੇ ਕਿਹਾ ਕਿ ਪਹਿਲਾਂ ਗੁਰੂ ਜੀ ਨੂੰ ਭੇਟ ਕਰਨਾ ਹੈ, ਫਿਰ ਕਿਸੇ ਹੋਰ ਨੂੰ ਦਿੱਤਾ ਜਾ ਸਕਦਾ ਹੈ। ਭਾਈ ਜੀ ਚੁੱਪ ਕਰ ਗਏ ਤੇ ਉਸ ਤਕਲੀਫ ਵਿੱਚ ਸਾਰਾ ਪੈਂਡਾ ਤੈਅ ਕੀਤਾ। ਜਦ ਸੰਗਤਾਂ ਨੇ ਸ਼ਹਿਦ ਅਤੇ ਭੇਟਾਂ ਦੀਆਂ ਹੋਰ ਵਸਤੂਆਂ ਗੁਰੂ ਜੀ ਅੱਗੇ ਰੱਖੀਆਂ ਤਾਂ ਗੁਰੂ ਜੀ ਨੇ ਕਿਹਾ, ਸ਼ਹਿਦ ਬਦਬੂ ਛੱਡ ਰਿਹਾ ਹੈ, ਵਿੱਚ ਕੀੜੇ ਚੱਲ ਰਹੇ ਹਨ। ਸੰਗਤਾਂ ਹੈਰਾਨੀ ਨਾਲ ਕਦੇ ਗੁਰੂ ਜੀ ਵੱਲ ਕਦੇ ਸ਼ਹਿਦ ਵੱਲ ਦੇਖ ਰਹੀਆਂ ਸਨ। ਗੁਰੂ ਜੀ ਨੇ ਫਿਰ ਕਿਹਾ, ਰਾਹ ਵਿੱਚ ਕੋਈ ਵਿਘਨ ਜ਼ਰੂਰ ਪੈ ਗਿਆ ਹੋਣਾ ਹੈ। ਸੰਗਤਾਂ ਦੇ ਜਥੇਦਾਰ ਨੇ ਕਿਹਾ, ਮਹਾਰਾਜ, ਰਾਹ ਵਿੱਚ ਭਾਈ ਕਟੂ ਜੀ ਨੂੰ ਸਾਹ ਖੰਘ ਦਾ ਦੌਰਾ ਪਿਆ ਸੀ। ਉਹਨਾਂ ਨੇ ਇਹ ਸ਼ਹਿਦ ਮੰਗਿਆ, ਪਰ ਅਸਾਂ ਇਹ ਆਖ ਇਨਕਾਰ ਕਰ ਦਿੱਤਾ ਸੀ ਕਿ ਪਹਿਲਾਂ ਗੁਰੂ ਜੀ ਤਾਂ ਮੁੱਖ ਲਾ ਲੈਣ, ਤਾਂ ਹੀ ਕਿਸੇ ਹੋਰ ਨੂੰ ਦਿੱਤਾ ਜਾ ਸਕਦਾ ਹੈ। ਗੁਰੂ ਮਹਾਰਾਜ ਨੇ ਉਸੇ ਸਮੇਂ ਹੀ ਫਰਮਾਇਆ, ਕੋਈ ਸਿੱਖ ਭੀੜਾ ਅੰਦਰ ਨਜ਼ਰ ਆਵੇ ਤਿਸ ਕੋ ਦੇ, ਭੁੱਖਿਆਂ ਕੋ ਖਿਲਾਵੇ। ਸਿੱਖ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ। ਗੁਰੂ ਰਾਮਦਾਸ ਜੀ ਦਾ ਫੁਰਮਾਨ ਸਾਰਿਆਂ ਨੂੰ ਯਾਦ ਕਰਾਉਂਦੇ ਹੋਏ ਕਿਹਾ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਸਾਡੇ ਇਤਿਹਾਸ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਜੀ ਆਪਣੇ ਪਾਸ ਕੁਝ ਨਹੀਂ ਸਨ ਰੱਖਦੇ, ਜੋ ਭੇਟਾ ਆਉਂਦੀ ਵਰਤਾ ਦਿੰਦੇ। ਕੋਸ਼ ਦੇਸ਼ ਕੁਝ ਢਿਗ ਨਾ ਰੱਖੇ ਹੈ, ਆਵਤ ਲਾਖੋਂ ਖਰਚ ਕਰੇ ਹੈ। ਇਸ ਤੁਕ ਉੱਤੇ ਸਿੱਖੀ ਮਹਿਲ ਉਸਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਖਾਲਸਾ ਕਰ ਮੇਰੋ ਸਤਕਾਰਾ ਅਤੇ ਦਾਨ ਦਿਓ ਇਨ ਹੀ ਕੋ ਭਲੋ, ਅਰ ਔਰ ਕੋ ਦਾਨ ਨਾ ਲਾਗਤ ਨੀਕ, ਆਗੇ ਫਲੈ ਇਨ ਹੀ ਕੋ ਦਿਓ, ਜਗ ਮੈਂ ਜਸ ਔਰ ਕੀਓ ਸਭ ਫੀਕੋ। ਕਸ਼ਮੀਰ ਵਿੱਚ ਆਪ ਜੀ 3 ਮਹੀਨੇ ਟਿਕੇ। ਆਪ ਕਸ਼ਮੀਰ ਵਿੱਚ ਹੀ ਸਨ ਕਿ ਮਾਤਾ ਭਾਗ ਭਰੀ ਅਕਾਲ ਚਲਾਣਾ ਕਰ ਗਈ ਅਤੇ ਉਸ ਦਾ ਸੰਸਕਾਰ ਮਹਾਰਾਜ ਨੇ ਆਪਣੇ ਹੱਥਾਂ ਨਾਲ ਕੀਤਾ। ਸੰਗਤਾਂ ਵਿੱਚ ਸਿੱਖੀ ਲਈ ਉਤਸ਼ਾਹ ਗੁਰੂ ਜੀ ਭਰਦੇ ਰਹੇ। ਭਾਈ ਮਾਧੋ, ਜਿਨ੍ਹਾਂ ਦਾ ਜ਼ਿਕਰ ਮੁਹਸਨ ਫਾਨੀ ਨੇ ਵੀ ਕੀਤਾ ਹੈ, ਇੱਕ ਪ੍ਰਸਿੱਧ ਪ੍ਰਚਾਰਕ ਬਣੇ। ਗੁਰੂ ਪਿਆਰ ਦੀ ਉਹ ਮੂਰਤ ਸਨ ਤੇ ਸਿੱਖ ਦੀ ਸੇਵਾ ਗੁਰੂ ਜਾਣ ਕੇ ਹੀ ਕਰਦੇ ਸਨ। ਸਾਖੀ ਆਉਂਦੀ ਹੈ ਕਿ ਉਹਨਾਂ ਦੇ ਘਰ ਇੱਕ ਚੋਰ ਗੁਰੂ ਦਾ ਨਾਂ ਲੈ ਕੇ ਆ ਵੜਿਆ। ਭਾਈ ਜੀ ਨੇ ਆਪਣੇ ਸੁਭਾਅ ਅਨੁਸਾਰ ਰੱਜ ਕੇ ਸੇਵਾ ਕੀਤੀ। ਸਵੇਰੇ ਹੀ ਭਾਈ ਮਾਧੋ ਜੀ ਘਰੋਂ ਬਾਹਰ ਚਲੇ ਗਏ ਤਾਂ ਕਿ ਸਿੱਖ ਲਈ ਵਧੀਆ ਖਾਣ ਦੀਆਂ ਚੀਜ਼ਾਂ ਲਿਆਈਆਂ ਜਾਣ।
ਰਾਤ ਨੂੰ ਚੋਰ ਕੁਵੇਲੇ ਆਇਆ ਸੀ ਤੇ ਰੱਜ ਕੇ ਸੇਵਾ ਨਹੀਂ ਸੀ ਹੋ ਸਕੀ। ਉਸ ਚੋਰ ਨੇ ਮਾਧੋ ਜੀ ਦੀ ਧਰਮ ਪਤਨੀ ਨੂੰ ਘਰ ਇਕੱਲਿਆਂ ਤੇ ਗਹਿਣਿਆਂ ਨਾਲ ਲੱਦਿਆ ਜਾਣ ਜਾਨੋਂ ਹੀ ਮਾਰ ਦਿੱਤਾ ਤੇ ਗਹਿਣੇ ਉਤਾਰ ਲਏ ਅਤੇ ਘਰ ਦਾ ਕੀਮਤੀ ਸਾਮਾਨ ਹੀਰੇ ਆਦਿ ਲੈ ਕੇ ਘਰੋਂ ਬਾਹਰ ਨਿਕਲ ਗਿਆ। ਦੇਵਨੇਤ ਅੱਗੋਂ ਰਾਹ ਵਿੱਚ ਹੀ ਭਾਈ ਮਾਧੋ ਜੀ ਮਿਲ ਗਏ। ਭਾਈ ਜੀ ਉਸ ਚੋਰ ਨੂੰ ਮਜਬੂਰ ਕਰਕੇ ਘਰ ਲੈ ਗਏ ਕਿ ਬਗੈਰ ਖਾਧੇ ਘਰੋਂ ਨਹੀਂ ਜਾਣ ਦੇਣਾ। ਜਦ ਭਾਈ ਜੀ ਵਾਪਸ ਉਸ ਚੋਰ ਸਮੇਤ ਘਰ ਮੁੜੇ ਤਾਂ ਘਰ ਵਾਲੀ ਨੂੰ ਕਤਲ ਹੋਇਆ ਪਾਇਆ। ਭਾਈ ਜੀ ਨੇ ਚੋਰ ਵੱਲ ਤੱਕਿਆ ਤੇ ਚੋਰ ਇਹ ਜਾਣ ਗਿਆ ਕਿ ਭਾਈ ਸਾਹਿਬ ਨੂੰ ਸਭ ਕੁਝ ਪਤਾ ਲੱਗ ਗਿਆ ਹੈ। ਉਸਨੇ ਸਾਰਾ ਕੁਝ ਸੱਚੋ ਸੱਚ ਦੱਸ ਦਿੱਤਾ। ਸਿੱਖ ਨੇ ਕਿਹਾ, ਸਭ ਉਸ ਵਾਹਿਗੁਰੂ ਦੀ ਆਗਿਆ ਹੈ, ਕਿਸੇ ਦਾ ਜ਼ੋਰ ਨਹੀਂ। ਦਰਵਾਜ਼ਾ ਬੰਦ ਕਰ ਦਿੱਤਾ ਤੇ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਧਰਮ ਪਤਨੀ ਬਿਮਾਰ ਹੈ। ਭਾਈ ਜੀ ਨੇ ਆਪ ਖਾਣਾ ਬਣਾਇਆ, ਆਪ ਖਾਧਾ, ਉਸ ਚੋਰ ਨੂੰ ਵੀ ਦਿੱਤਾ ਤੇ ਉਸ ਨੂੰ ਘਰੋਂ ਪੋਲੇ ਜਿਹੇ ਬਾਹਰ ਕੱਢਿਆ। ਚੋਰ ਕੋਲੋਂ ਗਹਿਣੇ ਵੀ ਵਾਪਸ ਨਾ ਲਏ, ਸਗੋਂ ਉਸ ਨੂੰ ਭੇਟ ਕਰ ਦਿੱਤੇ ਤੇ ਫਿਰ ਘਰਵਾਲੀ ਦਾ ਸੰਸਕਾਰ ਕੀਤਾ। ਮੋਹਸਨ ਫਾਨੀ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਜੀ ਕੋਲੋਂ ਜਦੋਂ ਪੁੱਛਿਆ ਗਿਆ ਕਿ ਜੇ ਗੁਰੂ ਪਾਸ ਨਾ ਹੋਵੇ ਤਾਂ ਉਸ ਨੂੰ ਕਿੱਥੋਂ ਲੱਭਿਆ ਜਾਏ, ਤਾਂ ਗੁਰੂ ਜੀ ਨੇ ਉੱਤਰ ਦਿੱਤਾ, ਹਰ ਉਸ ਸਿੱਖ ਨੂੰ ਗੁਰੂ ਦਾ ਹੀ ਰੂਪ ਜਾਣੋ ਜੋ ਗੁਰੂ ਦਾ ਨਾਮ ਜਪਦਾ ਤੁਹਾਡੇ ਦਰਵਾਜ਼ੇ ਆਵੇ। ਕੋਈ ਪੁਰਸ਼ ਵੀ ਮੁੱਖ ਵਿੱਚ ਗੁਰੂ ਦਾ ਨਾਂ ਲੈ ਕੇ ਜਦੋਂ ਸਿੱਖ ਦੇ ਘਰ ਆਵੇ, ਸਿੱਖ ਰੋਕਦੇ ਨਹੀਂ। ਇਸੇ ਤਰ੍ਹਾਂ ਦਾ ਇੱਕ ਹੋਰ ਸਿੱਖ ਭਾਈ ਗੜੀਆ ਵੀ ਸੀ ਜੋ ਸਭ ਕੁਝ ਗੁਰੂ ਨੂੰ ਭੇਟ ਕਰ ਲੋੜਵੰਦਾਂ ਨੂੰ ਵੰਡ ਖਵਾ ਪ੍ਰਸੰਨ ਹੁੰਦਾ ਸੀ। ਗੁਰੂ ਦੀ ਵਸਤ ਨੂੰ ਬਿੱਖ ਸਮਾਨ ਸਮਝਦਾ ਸੀ। ਜਦ ਕਿਸੇ ਸ਼ਿਕਾਇਤ ਕੀਤੀ ਤਾਂ ਭਾਈ ਗੜੀਏ ਦੀ ਉਪਮਾ ਕਰਦੇ ਛਟੀ ਪਾਤਸ਼ਾਹੀ ਨੇ ਕਿਹਾ ਕਿ ਉਹ ਜਰ ਭੇਟਾਂ ਜੋ ਲੋੜਵੰਦਾਂ ਨੂੰ ਵੰਡ ਦਿੰਦਾ ਹੈ ਉਹ ਗੁਰੂ ਨੂੰ ਪਹੁੰਚਦੀ ਹੈ। ਭਾਈ ਗੜੀਆ ਦਾ ਹਿਸਾਬ ਹਮਕੋ ਪਹੁੰਚਦਾ ਹੈ। ਇੱਥੇ ਇਹ ਲਿਖਣਾ ਕੁਥਾ ਨਹੀਂ ਹੋਣ ਲੱਗਾ ਕਿ ਚਾਰੇ ਧੁਨੀਆਂ ਜਿਨ੍ਹਾਂ ਨੇ ਸਿੱਖੀ ਦੀ ਲੋ ਘਰ ਘਰ ਪਹੁੰਚਾਈ ਉਸਦੇ ਚਾਰੇ ਹੀ ਮੁਖੀ ਸ਼੍ਰੀਨਗਰ ਦੇ ਰਹਿਣ ਵਾਲੇ ਸਨ। ਭਾਈ ਅਲਮਸਤ ਜੀ ਤੇ ਭਾਈ ਬਾਲੂ ਹਸਣਾ ਸਕੇ ਭਰਾ ਸਨ। ਇਹਨਾਂ ਦਾ ਜਨਮ ਸ਼੍ਰੀਨਗਰ ਵਿਖੇ ਭਾਈ ਹਰਦੱਤ ਜੀ ਤੇ ਮਾਤਾ ਪ੍ਰਭਾ ਜੀ ਦੀ ਕੁੱਖੋਂ ਹੋਇਆ ਸੀ। ਭਾਈ ਗੋਬਿੰਦਾ ਜੀ ਤੇ ਬਾਬਾ ਫੂਲ ਜੀ ਵੀ ਸਕੇ ਭਰਾ ਸਨ। ਇਹ ਵੀ ਸ਼੍ਰੀਨਗਰ ਦੇ ਹੀ ਜੰਮਪਲ ਸਨ। ਇਹਨਾਂ ਦੇ ਪਿਤਾ ਦਾ ਨਾਮ ਭਾਈ ਜੈਦੇਵ ਜੀ ਤੇ ਮਾਤਾ ਦਾ ਨਾਮ ਸੁਭਦਰਾ ਜੀ ਸੀ। ਸ਼੍ਰੀਨਗਰ ਤੋਂ ਆਪ ਜੀ ਬਾਰਾਮੂਲਾ, ਮੁਜ਼ੱਫਰਾਬਾਦ, ਹਜ਼ਰੋ ਦੇ ਰਾਹ ਪੰਜਾ ਸਾਹਿਬ ਪੁੱਜੇ। ਪੰਜਾ ਸਾਹਿਬ ਦੇ ਦਰਸ਼ਨਾਂ ਮਗਰੋਂ ਰੋਹਤਾਸ, ਜੇਹਲਮ, ਡਿੰਗ ਤੇ ਗੁਜਰਾਤ ਪੁੱਜੇ। ਗੁਜਰਾਤ ਵਿੱਚ ਰਾਮ ਚੰਦ ਛਿੱਬਰ ਦੇ ਘਰ ਉਤਰੇ। ਗੁਜਰਾਤ ਵਿੱਚ ਇੱਕ ਪ੍ਰਸਿੱਧ ਫਕੀਰ ਸ਼ਾਹ ਦੌਲਾ ਦਾ ਟਿਕਾਣਾ ਸੀ। ਸ਼ਾਹ ਦੌਲਾ ਦਾ ਅਰਥ ਹੀ ਸੰਤ ਤਾਈ ਦਾ ਤੱਤ ਹੈ। ਜਿੱਥੇ ਉਹ ਖੁਦਾ ਰਸੀਦਾ ਸੀ ਉੱਥੇ ਪਰਉਪਕਾਰ ਦੀ ਮੂਰਤ ਵੀ ਸੀ। ਉਸ ਦੇ ਪਰਉਪਕਾਰ ਤੇ ਉਦਮ ਦਾ ਸਦਕਾ ਹੀ ਭਿੰਬਰ ਦਰਿਆ ਦਾ ਬੰਨ ਵੱਜਾ ਸੀ। ਭਿੰਬਰ ਦਰਿਆ ਦਾ ਵੇਗ ਸਦਾ ਹੀ ਸ਼ਹਿਰ ਨੂੰ ਰੋੜ ਕੇ ਲੈ ਜਾਂਦਾ ਸੀ। ਉਸਨੇ ਆਪਣੇ ਕੋਲੋਂ ਖਰਚ ਕਰਕੇ ਬੰਨ ਮਾਰਿਆ ਤੇ ਪਾਣੀ ਨੂੰ ਸ਼ਹਿਰ ਵਿੱਚ ਆਉਣ ਤੋਂ ਰੋਕਿਆ। ਭਿੰਬਰ ਉੱਤੇ ਪੁਲ ਵੀ ਬਣਾਇਆ। ਇਸ ਤੋਂ ਪਹਿਲਾਂ ਇਸਨੇ ਸਿਆਲਕੋਟ ਲਾਗੇ ਵੀ ਇੱਕ ਨਦੀ ਡੇਕ ਉੱਤੇ ਬੰਨ ਮਾਰਿਆ ਸੀ ਤੇ ਅਮੀਨਾਬਾਦ ਉੱਤੇ ਪੁਲ ਵੀ ਬਣਾਇਆ। ਲੋਕੀ ਇਹ ਆਖਦੇ ਹਨ ਕਿ ਹਾਤਮ ਤਾਈ ਨਾਲੋਂ ਵੱਧ ਉਸ ਨੇ ਦਾਨ ਦਿੱਤਾ ਸੀ ਤੇ ਬਾਦਸ਼ਾਹਾਂ ਨਾਲੋਂ ਵੱਧ ਲੋਕ ਭਲਾਈ ਦੇ ਕੰਮ ਕਰਦਾ ਸੀ। ਗੁਰੂ ਹਰਗੋਬਿੰਦ ਜੀ ਦਾ ਉਸਨੇ ਰੱਜ ਕੇ ਸਤਿਕਾਰ ਕੀਤਾ ਤੇ ਉਹਨਾਂ ਦੀ ਜੁਰਤ ਦੀ ਦਾਤ ਦਿੱਤੀ। ਗੁਰੂ ਨਾਨਕ ਦੀ ਗੁਰਗੱਦੀ ਦੀ ਬੜੀ ਸ਼ਲਾਘਾ ਕੀਤੀ ਤੇ ਨਾਨਕ ਫਕੀਰ ਦੀਨ ਦੁਨੀਆ ਦੇ ਪੀਰ ਆਖ ਸਤਕਾਰਿਆ। ਮਹਾਰਾਜੇ ਨੇ ਵੀ ਸ਼ਾਹ ਦੌਲਾ ਫਕੀਰ ਮੌਲਾ ਕਿਹਾ। ਸ਼ਾਹ ਦੌਲਾ ਦੇ ਇੱਕ ਚੇਲੇ ਜਹਾਂਗੀਰ ਨੇ ਜੋ ਕਰਾਮਾਤੀ ਪ੍ਰਸਿੱਧ ਸੀ, ਸ਼ਾਹੀ ਠਾਠ, ਸੇਵਕ, ਫੌਜਾਂ, ਜਥੇ, ਘੋੜੇ, ਪੁੱਤਰ, ਧਰਮ ਪਤਨੀ ਦੇਖ ਸ਼ੰਕਾ ਕੀਤਾ ਕਿ ਗੁਰੂ ਰੂਹਾਨੀ ਆਗੂ ਕਿਵੇਂ ਹੋ ਸਕਦਾ ਹੈ। ਦਿਲ ਦੀ ਗੱਲ ਮੂੰਹ ਉੱਤੇ ਆ ਗਈ ਤੇ ਕਿਹਾ, ਹਿੰਦੂ ਕਿਆ ਤੇ ਪੀਰ ਕਿਆ, ਔਰਤ ਕਿਆ ਤੇ ਫਕੀਰ ਕਿਆ, ਦੌਲਤ ਕਿਆ ਤੇ ਤਿਆਗ ਕਿਆ, ਲੜਕੇ ਕਿਆ ਤੇ ਬੈਰਾਗ ਕਿਆ, ਆਰਫ ਕਿਆ ਤੇ ਦੁਨੀਆਦਾਰ ਕਿਆ, ਮਜ਼ਹਬ ਕਿਆ ਤੇ ਸੱਚ ਕਿਆ, ਪੁਜਾਰੀ ਕਿਆ ਤੇ ਸਵਾਬ ਕਿਆ, ਮਾਰੂਥਲ ਕਿਆ ਤੇ ਆਪ ਕਿਆ। ਸਤਿਗੁਰੂ ਮੁਸਕਰਾ ਪਏ ਤੇ ਸਮਝ ਗਏ ਕਿ ਜਹਾਂਗੀਰ ਨੂੰ ਕਰਾਮਾਤੀ ਹੋਣ ਦਾ ਹੰਕਾਰ ਹੈ। ਇਹ ਵੀ ਪ੍ਰਸਿੱਧ ਸੀ ਕਿ ਜਹਾਂਗੀਰ ਸ਼ੇਰ ਦੀ ਸਵਾਰੀ ਤੇ ਸੱਪ ਦੀ ਚਾਬਕ ਰੱਖਦਾ ਸੀ। ਗੁਰੂ ਜੀ ਨੇ ਸ਼ੰਕਿਆਂ ਨੂੰ ਨਿਵਰਤ ਕਰਦੇ ਹੋਏ ਕਿਹਾ, ਮੀਰੀ ਰੱਬ ਦਾ ਦਾਨ, ਔਰਤ ਈਮਾਨ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਆਰਫ ਵਿਚਾਰ, ਮਜ਼ਹਬ ਸੁਧਾਰ, ਪੁਜਾਰੀ ਆਚਾਰ, ਮਾਰੂਥਲ ਮੇ ਜਲ ਕੁਦਰਤ ਕਰਤਾਰ। ਸਤਿਗੁਰੂ ਦਾ ਭਾਵ ਸੀ ਕਿ ਮੇਰੀ ਬਜ਼ੁਰਗੀ ਕਿਸੇ ਹਿੰਦੂ, ਮੁਸਲਮਾਨ ਜਾਂ ਹੋਰ ਫਿਰਕੇ ਦੀ ਰਾਖਵੀਂ ਨਹੀਂ ਹੈ। ਉਹ ਹੀ ਪੀਰ ਹੈ ਜਿਸ ਉੱਤੇ ਅੱਲਾ ਦੀ ਬਖਸ਼ਿਸ਼ ਹੈ। ਇਸਤਰੀ ਤਾਂ ਬੰਧਾਨ ਹੈ,
ਸੰਜਮ ਦਾ ਦੂਸਰਾ ਨਾਂ ਹੈ ਈਮਾਨ ਦੀ ਰਾਖੀ। ਦੌਲਤ ਗੁਜ਼ਾਰੇ ਵਾਸਤੇ ਹੈ, ਇਹ ਹੀ ਸ਼ੇਰ ਦੀ ਸਵਾਰੀ ਹੈ। ਦੌਲਤ ਨੂੰ ਕਾਬੂ ਰੱਖਣਾ ਤੇ ਆਪੇ ਨੂੰ ਦੌਲਤ ਦੇ ਕਾਬੂ ਨਾ ਹੋਣ ਦੇਣਾ ਹੀ ਸੱਪ ਦੀ ਚਾਬਕ ਹੱਥ ਵਿੱਚ ਰੱਖਣਾ ਹੈ। ਸੰਤਾਨ ਮੇਲ ਜੋਲ ਦਾ ਢੰਗ ਸਿਖਾਉਂਦੀ ਹੈ। ਜਦ ਘਰ ਵਿੱਚ ਮੂੰਹ ਮੁਟਾਪੇ ਹੋ ਜਾਣ ਤਾਂ ਇਹ ਪੁੱਤ ਹੀ ਜੋੜ ਦਾ ਕਾਰਨ ਬਣਦੇ ਹਨ। ਇਹ ਰਿਸ਼ਤਾ ਟੁੱਟਣ ਨਹੀਂ ਦਿੰਦੇ। ਗੋਰੀ ਸੇਤੀ ਟੁੱਟੈ ਪਧਾਰ, ਪੁੱਤੀ ਗੰਢ ਪਵੈ ਸੰਸਾਰ, ਗੁਰੂ ਨਾਨਕ ਜੀ ਦਾ ਫਰਮਾਨ ਹੈ। ਆਰਫ ਨੂੰ ਵਿਵੇਕੀ ਤੇ ਵਿਚਾਰਵਾਨ ਹੋਣਾ ਹੀ ਸ਼ੋਭਦਾ ਹੈ। ਬਗੈਰ ਵਿਚਾਰ ਵਿਵੇਕ ਦੇ ਮਾਇਆ ਦਾ ਪ੍ਰਭਾਵ ਟੁੱਟ ਹੀ ਨਹੀਂ ਸਕਦਾ। ਮਜ਼ਹਬ ਇੱਕ ਦੂਜੇ ਨਾਲ ਝਗੜਨ ਦਾ ਕਾਰਨ ਨਹੀਂ, ਸਗੋਂ ਸੁਧਾਰ ਦਾ ਰਾਹ ਹੈ। ਪੁਜਾਰੀ ਨੂੰ ਆਚਰਣ ਦੀ ਮੂਰਤ ਹੋਣਾ ਚਾਹੀਦਾ ਹੈ, ਕਰੋਧੀ, ਕਾਮੀ, ਕੁਸ਼ਟੀ ਜਾਂ ਕਪਟੀ ਨਹੀਂ। ਮਾਰੂਥਲ ਉਹ ਹੀ ਹੈ ਜਿੱਥੇ ਉਸ ਵਾਹਿਗੁਰੂ ਦਾ ਨਾਮ ਜਲ ਨਹੀਂ ਹੈ। ਨਾਮ ਦੀ ਹੋਂਦ ਤਨ ਮਨ ਹਰਿਆ ਕਰ ਦਿੰਦੀ ਹੈ। ਗੁਜਰਾਤ ਤੋਂ ਹਾਫਿਜ਼ਾਬਾਦ ਪੜਾਓ ਕੀਤਾ। ਹਾਫਿਜ਼ਾਬਾਦ ਹੀ ਭਾਈ ਕਰਮਚੰਦ ਨੂੰ ਜਪਜੀ ਦੇ ਅਰਥ ਸਮਝਾਏ। ਉੱਥੇ ਹੀ ਗੁਰੂ ਜੀ ਨੇ ਪ੍ਰਚਾਰਕਾਂ ਨੂੰ ਚਰਚਾ ਕਰਨ ਦੇ ਢੰਗ ਵੀ ਸਮਝਾਏ। ਚਰਚਾ ਆਪ ਜੀ ਨੇ 4 ਪ੍ਰਕਾਰ ਦੀ ਕਹੀ: ਹੇਤ, ਬਾਦ, ਜਲਪ ਤੇ ਵਤੰਡਾ। ਹੇਤ ਤੇ ਬਾਦ ਤਾਂ ਕਰਨਾ ਠੀਕ ਹੈ, ਪਰ ਜਲਪ ਤੇ ਵਤੰਡਾ ਨੂੰ ਸਿੱਖੀ ਵਿੱਚ ਕੋਈ ਥਾਂ ਨਹੀਂ। ਸੰਸੇ ਨਿਵਰਤ ਕਰਨ ਲਈ ਪ੍ਰਸੰਨ ਕਰਨਾ ਹੇਤ ਹੈ। ਪਰਸਪਰ ਸੱਜਣਾ ਵਿੱਚ ਸ਼ਬਦਾਰਥ ਕਰਨਾ ਜਾਂ ਆਪਸ ਵਿੱਚ ਵਿਚਾਰ ਕਰਕੇ ਕਿਸੇ ਨਿਰਣੇ ਤੇ ਪੁੱਜਣਾ ਬਾਦ ਹੈ। ਇਹ ਬਾਦ ਚਰਚਾ ਦੀਵੇ ਦੇ ਸਾਹਮਣੇ ਦੀਵਾ ਰੱਖੋ ਹਨੇਰਾ ਦੂਰ ਕਰਨ ਵਾਂਗ ਹੈ, ਜਿਸ ਦੇ ਉਲਟ ਹੈ ਜਲਪ ਚਰਚਾ। ਜੋ ਮੂੰਹ ਵਿੱਚੋਂ ਨਿਕਲ ਗਿਆ ਉਸ ਉੱਤੇ ਡਟਣਾ, ਨਾ ਸਮਝੀ ਵਿਚਾਰ ਕਰੀ ਜਾਣਾ, ਦੋਹਾਂ ਪਾਸਿਆਂ ਤੋਂ ਕੁੱਕੜਾਂ ਵਾਲੀ ਲੜਾਈ ਲੜੀ ਜਾਣੀ। ਵਤੰਡਾ ਚਰਚਾ ਹੈ ਆਪਣਾ ਮਤ ਕੋਈ ਕਾਇਮ ਨਾ ਕਰਨਾ ਤੇ ਦੂਜੇ ਦਾ ਮਤ ਖੰਡਨ ਕਰੀ ਜਾਣਾ, ਕੁਬੋਲਾਂ ਦਾ ਸਹਾਰਾ ਲੈਣਾ। ਉੱਥੇ ਹੀ ਇੱਕ ਹੋਰ ਨੇ ਸਵਾਲ ਕੀਤਾ ਕਿ ਮਹਾਰਾਜ ਜੇ ਆਤਮਾ ਇੱਕ ਹੈ ਤਾਂ ਇੱਕ ਨੂੰ ਗਿਆਨ ਆਉਣ ਨਾਲ ਸਭ ਨੂੰ ਕਿਉਂ ਨਹੀਂ ਹੋ ਜਾਂਦਾ? ਤੁਸਾਂ ਜੋ ਆਤਮ ਵਸਤੂ ਵਿੱਚ ਨਿਰਦੇਹਤਾ ਹੋ ਜਾਣਾ ਦੱਸਿਆ ਹੈ, ਉਹ ਕਿਵੇਂ ਹੈ? ਮਹਾਰਾਜ ਨੇ ਫਰਮਾਇਆ, ਪਰਮਾਤਮਾ ਇੱਕ ਹੀ ਹੈ, ਅਸੀਂ ਸਾਰੇ ਉਸ ਦੇ ਚਮਤਕਾਰੇ ਹਾਂ। ਕੁੰਭ ਵਿੱਚ ਪਾਣੀ ਹੋਵੇ ਤਾਂ ਚੰਦਰਮਾ ਦਿਸੇਗਾ, ਜੇ ਪਾਣੀ ਡੋਲ ਦਿਓ ਤਾਂ ਕੁਝ ਨਹੀਂ। ਜੇ ਭਰਮਾਂ ਦੇ ਕੰਕਰ ਪਾਈ ਜਾਓ ਤਾਂ ਫਿਰ ਬੇਸ਼ੱਕ ਪਾਣੀ ਵੀ ਹੋਵੇ, ਚੰਦਰਮਾ ਨਹੀਂ ਦਿਸੇਗਾ। ਬ੍ਰਹਮ ਗਿਆਨੀ ਦੀ ਅਵਸਥਾ ਜਦ ਪੁੱਛੀ ਗਈ ਤਾਂ ਮਹਾਰਾਜ ਨੇ ਕਿਹਾ, ਜਿਸ ਤਰ੍ਹਾਂ ਸੂਰਜ ਦੀ ਸੱਤਾ ਨਾਲ ਨੇਤਰ ਦੇਖਦੇ ਹਨ ਤੇ ਚੁੰਬਕ ਦੀ ਸੱਤਾ ਨਾਲ ਲੋਹਾ ਹਿਲਦਾ ਹੈ, ਸੋ ਆਤਮਾ ਨੂੰ ਸਭ ਤੋਂ ਵੱਖਰਾ ਅਸੰਗ ਬ੍ਰਹਮ ਰੂਪ ਨਿਸ਼ਚੇ ਕਰ ਪ੍ਰਤੱਖ ਦੇਖਣ ਦਾ ਨਾਮ ਬ੍ਰਹਮ ਗਿਆਨ ਹੈ। ਭਾਈ ਬੁੱਲੇ ਤੇ ਭੁੱਲਣ ਨਿਹਾਲਾ ਨੇ ਪੁੱਛਿਆ, ਆਤਮਾ ਨੂੰ ਇੰਦਰੀਆਂ ਤੋਂ ਨਿਆਰਾ ਕਿਸ ਤਰ੍ਹਾਂ ਦੇਖਿਆ ਜਾਏ? ਮਹਾਰਾਜ ਨੇ ਦੱਸਿਆ, ਜਿਸ ਤਰ੍ਹਾਂ ਕਾਸਟ ਤੇ ਦੁੱਧ ਨੂੰ ਮੱਥਣੇ ਕਰ ਅਗਨੀਕ੍ਰਿਤ ਜੁਦਾ ਹੋ ਜਾਂਦੇ ਹਨ, ਇਸੇ ਤਰ੍ਹਾਂ ਗੁਰਬਾਣੀ ਤੇ ਕੀਰਤਨ ਕਰਕੇ ਅਨਾਤਮਾ ਤੇ ਆਤਮਾ ਨਿਆਰੀ ਹੋ ਜਾਂਦੀ ਹੈ ਤੇ ਪ੍ਰਭੂ ਪ੍ਰਤੱਖ ਪ੍ਰਾਪਤ ਹੋ ਜਾਂਦਾ ਹੈ। ਜਦ ਮਹਾਰਾਜ ਨੇ ਸਤ ਸੰਗਤ ਦੀ ਮਹਿਮਾ ਦਾ ਜ਼ਿਕਰ ਕੀਤਾ ਤਾਂ ਸੰਗਤਾਂ ਨੇ ਫਿਰ ਸਮਝਾਉਣ ਦੀ ਬੇਨਤੀ ਕੀਤੀ। ਗੁਰੂ ਹਰਗੋਬਿੰਦ ਜੀ ਨੇ ਕਿਹਾ, ਵਿਸ਼ਈ ਪੁਰਸ਼ਾਂ ਦਾ ਮੇਲ ਵਿਸ਼ੇ ਭੋਗਣ ਨਾਲੋਂ ਵੀ ਬਹੁਤ ਮਾੜਾ ਹੈ। ਵਿਸ਼ਈ ਤਾਂ ਕਦੀ ਸੁਧਰ ਹੀ ਜਾਵੇਗਾ, ਪਰ ਵਿਸ਼ਈ ਦੀ ਸੰਗਤ ਵਾਲਾ ਕਦੇ ਸੁਧਰ ਨਹੀਂ ਸਕੇਗਾ। ਜਿਸ ਤਰ੍ਹਾਂ ਅਗਨੀ ਨਾਲੋਂ ਅਗਨੀ ਦਾ ਤਪਿਆ ਹੋਇਆ ਲਾਲ ਲੋਹਾ ਬੁਰੀ ਤਰ੍ਹਾਂ ਸਾੜਦਾ ਹੈ, ਸੋ ਸੰਗਤ ਦਾ ਬਹੁਤ ਮਹੱਤਵ ਹੈ। ਉੱਥੇ ਹੀ ਭਾਈ ਤੀਰਥੀਏ ਤੇ ਤੁਲਸੇ ਜੀ ਨੇ ਬੇਨਤੀ ਕੀਤੀ ਕਿ ਗੁਰਬਾਣੀ ਦੀ ਕਥਾ ਵਿਚਾਰ ਤਾਂ ਅਨੇਕ ਹੀ ਕਰਦੇ ਹਨ, ਪਰ ਭਾਈ ਨਿਹਾਲੂ ਦੀ ਕਥਾ ਸੁਣ ਕੇ ਮਨ ਬਹੁਤ ਆਨੰਦ ਹੁੰਦਾ ਹੈ। ਇਸ ਦਾ ਕੀ ਕਾਰਨ ਹੈ? ਗੁਰੂ ਜੀ ਨੇ ਬਚਨ ਕੀਤਾ, ਜਿੱਥੇ ਬੋਲਣ ਤੇ ਸੁਣਨ ਵਾਲੇ ਵਿੱਚ 14 ਗੁਣ ਹੁੰਦੇ ਹਨ, ਉੱਥੇ ਛੇਤੀ ਹੀ ਬੋਧ ਹੋ ਜਾਂਦਾ ਹੈ ਤੇ ਆਨੰਦ ਵੱਖਰਾ ਆਉਂਦਾ ਹੈ। ਬੋਲਣ ਵਾਲੇ ਦੇ 14 ਗੁਣ ਇਹ ਹਨ: ਪਹਿਲਾ, ਰਸੀਲਾ ਤੇ ਸੁਰੀਲੀ ਆਵਾਜ਼। ਦੂਜਾ, ਪ੍ਰਸੰਗ ਦਾ ਵਿਸਥਾਰ ਸੰਖੇਪ ਕਰਕੇ ਦੇਣਾ। ਤੀਜਾ, ਸਮਾਂ ਤੇ ਸਰੋਤਿਆਂ ਦੀ ਰੁਚੀ ਪਛਾਣਨੀ। ਜਿੱਥੇ ਰਸ ਦਾ ਅਸਥਾਨ ਹੋਵੇ ਤੇ ਸਰੋਤਿਆਂ ਦੀ ਬਿਰਤੀ ਠਹਿਰੀ ਹੋਵੇ, ਉੱਥੇ ਵਿਸਥਾਰ ਕਰੀ ਜਾਏ। ਜਿੱਥੇ ਸਰੋਤਿਆਂ ਦੀ ਬਿਰਤੀ ਉਦਾਸ ਹੋਵੇ, ਉੱਥੇ ਸੰਖੇਪ ਹੀ ਕਰੇ। ਚੌਥਾ, ਕਥਾ ਦਾ ਰੂਪਕ ਅਲੰਕਾਰ ਬੰਨ੍ਹ ਕੇ ਦੇਣਾ। ਪੰਜਵਾਂ, ਸੱਚੀ ਗੱਲ ਕਹਿਣੀ ਤੇ ਨਿਰਣੇ ਨਾਲ ਕਹਿਣੀ। ਛੇਵਾਂ, ਆਚਰਨ ਦਾ ਪੂਰਾ ਹੋਣਾ। ਸੱਤਵਾਂ, ਕਰਮ ਉਪਾਸ਼ਨਾ ਤੇ ਗਿਆਨ ਦੇ ਅੰਦਰ ਬੋਲਣਾ। ਅੱਠਵਾਂ, ਸ਼ਬਦ ਦਾ ਸਿਧਾਂਤ ਜਾਣਨਾ। ਨੌਵਾਂ, ਨਿਰਲੋਭੀ ਹੋਣਾ, ਸੰਤੋਖੀ ਤੇ ਫਿਰ ਉਦਾਰ ਵੀ। 10ਵਾਂ, ਸ਼ਬਦ ਦੇ ਆਸ਼ੇ ਅਨੁਸਾਰ ਦ੍ਰਿਸ਼ਟਾਂਤ ਦੇਣੇ। 11ਵਾਂ, ਹਰ ਪ੍ਰਕਾਰ ਦੇ ਸੰਸੇ ਨਿਵਰਤ ਕਰਕੇ ਸਰੋਤਿਆਂ ਨੂੰ ਨਿਰਸੰਦੇਹ ਕਰਨਾ।
ਜਿਉਂ-ਜਿਉਂ ਸਰੋਤੇ ਸੁਣਨ ਤਿਉਂ-ਤਿਉਂ ਉਹਨਾਂ ਦੇ ਮਨ ਨੂੰ ਪ੍ਰੀਤ ਦਾ ਰੰਗ ਚੜ੍ਹਦਾ ਜਾਵੇ ਤੇ ਸਾਰੀ ਸਭਾ ਜਿੱਤੀ ਜਾਵੇ। 12ਵਾਂ ਸਾਰੇ ਮਜ਼ਹਬਾਂ ਤੇ ਮਤਾਂ ਦਾ ਗਿਆਤਾ ਹੋਵੇ। 13ਵਾਂ ਬਹੁਤਾ ਹਿੱਲੇ ਜੁੱਲੇ ਨਾ, ਸਹਿਜ ਵਿੱਚ ਸਰਲ ਬੋਲੇ, ਅਚੰਚਲ ਬੈਠੇ ਤੇ ਆਪਣਾ ਮਨ ਨੀਵਾਂ ਰੱਖੇ। ਤੇ ਆਖਰੀ 14ਵਾਂ ਜੋ ਕਹੇ ਸੋ ਕਮਾਵੇ ਅਤੇ ਸਰੋਤਿਆਂ ਵਿੱਚ ਦੇਖੇ, ਲਾਂਬੇ ਨਾ ਦੇਖੇ। ਇਸੇ ਤਰ੍ਹਾਂ ਸਰੋਤਾਂ ਦੇ ਇਹ ਗੁਣ ਹੋਣੇ ਚਾਹੀਦੇ ਹਨ। ਪਹਿਲਾ, ਵਕਤੇ ਵਿੱਚ ਸ਼ਰਧਾ ਹੋਵੇ, ਇਹ ਗਰਬ ਨਾ ਹੋਵੇ ਕਿ ਮੈਂ ਉਸ ਤੋਂ ਉੱਚਾ ਹਾਂ ਜਾਂ ਸਿਆਣਾ ਹਾਂ। ਦੂਜਾ, ਵਕਤਾ ਤਨ ਮਨ ਧਨ ਨਾਲ ਸੇਵਾ ਕਰਕੇ ਵੀ ਗਰਬ ਨਾ ਕਰੇ। ਤੀਜਾ, ਮਨ ਨੂੰ ਹੋਰ ਵਿਹਾਰਾਂ ਵੱਲੋਂ ਰੋਕ ਕੇ ਕਥਾ ਸੁਣੇ। ਚੌਥਾ, ਆਪਣੀ ਚਤੁਰਾਈ ਵਕਤਾ ਅੱਗੇ ਨਾ ਕਰੇ। ਪੰਜਵਾਂ, ਅਰਥ ਸਮਝ ਸਕੇ, ਗੱਲ ਸਮਝ ਸਕੇ, ਗੱਲ ਕਹਿਣ ਦੀ ਲੋੜ ਨਾ ਪਵੇ। ਛੇਵਾਂ, ਪ੍ਰਸ਼ਨ ਕਰਨ ਦੀ ਮਰਿਆਦਾ ਜਾਣੇ। ਸੱਤਵਾਂ, ਉਸਨੇ ਪ੍ਰਸੰਗ ਪੜ੍ਹਿਆ ਹੋਵੇ। ਅੱਠਵਾਂ, ਆਲਸ ਨਿੰਦਾ ਬਿਨਾ ਸਾਵਧਾਨ ਬੈਠੇ। ਨੌਵਾਂ, ਜੋ ਸੁਣੇ ਯਾਦ ਰੱਖਣ ਦੀ ਸਮਰੱਥਾ ਰੱਖਦਾ ਹੋਵੇ। 10ਵਾਂ, ਉਦਾਰ ਹੋਵੇ। 11ਵਾਂ, ਵਕਤਾ ਦੇ ਕਥਨ ਨੂੰ ਆਪਣੇ ਉੱਤੇ ਵਰਤੇ। 12ਵਾਂ, ਮਨ ਤਨ ਬਸਤਰ ਪਵਿੱਤਰ ਤੇ ਸੁਥਰੇ ਰੱਖੇ। 13ਵਾਂ, ਵਕਤਾ ਦੇ ਸਾਹਮਣੇ ਨੈਣ ਮੁਖ ਸਨਮੁਖ ਰੱਖ ਕੇ ਅਚਲ ਰਹੇ। ਅਤੇ ਆਖਰੀ, ਦੰਭ ਨਾ ਕਰੇ, ਹਿਰਦੇ ਕਰ ਸੁਣੇ। ਜੁੜੀਆਂ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਸੰਤ ਸਾਧ ਸੰਗਤ ਦੀ ਸੇਵਾ, ਅੰਮ੍ਰਿਤ ਵੇਲੇ ਇਸ਼ਨਾਨ, ਗੁਰਬਾਣੀ ਪੜ੍ਹਨਾ, ਕਥਾ ਕੀਰਤਨ ਸੁਣਨਾ, ਧਰਮ ਦੀ ਕਿਰਤ, ਭੁੱਖੇ ਨੂੰ ਅੰਨ ਬਸਤਰ, ਦਸਵੰਧ, ਗੁਰੂ ਦੀ ਕਾਰ, ਮਨ ਨੀਵਾਂ ਰੱਖਣਾ ਹੀ ਸਿੱਖੀ ਧਰਮ ਹੈ। ਪਰ ਭਾਈ ਭਗਤੇ ਭਗਵਾਨੇ ਤੇ ਬੌਦਲੇ ਨੇ ਕਿਹਾ, ਮਹਾਰਾਜ ਸਭ ਕੁਝ ਕਰਦੇ ਵੀ ਹਾਂ ਪਰ ਫਿਰ ਵੀ ਮਨ ਪਵਿੱਤਰ ਤੇ ਨਿਰਵਿਕਾਰ ਨਹੀਂ ਬਣਿਆ। ਮਹਾਰਾਜ ਨੇ ਕਿਹਾ, ਖੂਹ ਵਿੱਚੋਂ ਨਿਰਾ ਪਾਣੀ ਨਹੀਂ, ਡਿੱਗੀ ਹੋਈ ਮੋਈ ਬਿੱਲੀ ਵੀ ਕੱਢੋ। ਇਹ ਹੰਗਤਾ ਬਿੱਲੀ ਹੀ ਬਦਬੂ ਛੱਡਦੀ ਹੈ। ਹੰਗਤਾ ਨੂੰ ਮਾਰਨਾ ਪਹਿਲਾ ਫਰਜ਼ ਹੈ। ਹਾਫਿਜ਼ਾਬਾਦ ਤੋਂ ਮੰਦਰਾਂ ਤੇ ਭਾਈ ਕੇ ਮਟਵੀ ਪੁੱਜੇ। ਭਾਈ ਕੇ ਮਟਵੀ ਭਾਈ ਲੰਗਾ ਇਹ ਖਬਰ ਲੈ ਕੇ ਆਇਆ ਕਿ ਫਿਰ ਕੁਝ ਲੋਕੀ ਜਹਾਂਗੀਰ ਦੇ ਕੰਨ ਭਰ ਰਹੇ ਹਨ। ਕਾਜ਼ੀ ਰੁਸਤਮ ਖਾਂ ਤੇ ਕਾਜ਼ੀ ਨੂਰ ਉੱਲਾ ਮੋਹਰੀ ਹਨ। ਵਜ਼ੀਰ ਖਾਂ ਦੀ ਹੋਂਦ ਉਹਨਾਂ ਦੀ ਦਾਲ ਗਲਣ ਨਹੀਂ ਦਿੰਦੀ, ਪਰ ਜਵਾਬੀ ਟਾਕਰਾ ਕਰਨਾ ਜ਼ਰੂਰੀ ਹੈ। ਪਰ ਗੁਰੂ ਮਹਾਰਾਜ ਨੇ ਇਹ ਆਖ ਕੇ ਭਾਈ ਲੰਗਾ ਦਾ ਭਰਮ ਦੂਰ ਕਰ ਦਿੱਤਾ ਕਿ ਹੁਣ ਜਹਾਂਗੀਰ ਕਿਸੇ ਦੀ ਨਹੀਂ ਸੁਣੇਗਾ ਤੇ ਨਾ ਹੀ ਕੋਈ ਹੋਰ ਐਸਾ ਕਰ ਸਕਦਾ ਹੈ। ਉੱਥੇ ਹੀ ਇਹ ਖਬਰ ਵੀ ਪੁੱਜੀ ਕਿ ਜਹਾਂਗੀਰ ਨੇ ਕਾਜ਼ੀ ਨੂਰ ਉੱਲਾ ਨੂੰ ਹਟਾ ਦਿੱਤਾ ਹੈ। ਉੱਥੋਂ ਗੁਰੂ ਹਰਗੋਬਿੰਦ ਜੀ ਨਨਕਾਣਾ ਸਾਹਿਬ ਪੁੱਜੇ। ਰਾਏ ਬੁਲਾਰ ਦੀ ਸੰਤਾਨ ਦਰਸ਼ਨਾਂ ਨੂੰ ਆਈ। ਆਪ ਜੀ ਨੇ ਜਨਮ ਅਸਥਾਨ ਬਣਾਉਣ ਲਈ ਟੱਕ ਵੀ ਲਗਾਇਆ। ਫਿਰ ਪੱਧਰੀ ਤੇ ਲਾਹੌਰ ਤੋਂ ਹੁੰਦੇ ਹੋਏ ਅੰਮ੍ਰਿਤਸਰ ਪੁੱਜੇ। ਪੀਲੀ ਭੀਤ ਬਰੇਲੀ ਨਾਨਕ ਮਤਾ ਵੱਲ ਫੇਰੀ। ਅਜੇ ਅੰਮ੍ਰਿਤਸਰ ਮੁੜੇ ਹੀ ਸਨ ਕਿ ਸਾਈਂ ਦਾਸ ਦੀਆਂ ਖਿੱਚਾਂ ਡਰੋਲੀ ਤੋਂ ਪੈਣ ਲੱਗੀਆਂ। ਪਰ ਉਸੇ ਸਮੇਂ ਇਹ ਖਬਰ ਵੀ ਪੁੱਜੀ ਕਿ ਬਾਬਾ ਅਲਮਸਤ ਜੀ ਨੇ ਨਾਨਕ ਮਤਾ ਤੋਂ ਵੀ ਯਾਦ ਕੀਤਾ ਹੈ ਤੇ ਕਿਸੇ ਸਖਤ ਬਿਪਤਾ ਵਿੱਚ ਹਨ। ਸੋ ਪਰਿਵਾਰ ਨੂੰ ਡਰੋਲੀ ਭੇਜਿਆ ਤੇ ਆਪ ਪੀਲੀ ਭੀਤ ਵੱਲ ਚੱਲ ਪਏ। ਨਾਨਕ ਮਤੇ ਦੀ ਸੇਵਾ ਸੰਭਾਲਣ ਦਾ ਕੰਮ ਬਾਬਾ ਅਲਮਸਤ ਜੀ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਤੋਂ ਉਸ ਸਿੱਖੀ ਪ੍ਰਾਪਤ ਕੀਤੀ ਸੀ ਤੇ ਉਸ ਸਮੇਂ ਤੋਂ ਨਾਨਕ ਮਤਾ ਦੀ ਸੇਵਾ ਕਰ ਰਿਹਾ ਸੀ। ਗੁਰੂ ਨਾਨਕ ਜੀ ਦੀ ਚਰਨ ਛੋਹ ਉਪਰੰਤ ਹੀ ਇਹ ਗੋਰਖ ਮਤਾ ਬਦਲ ਕੇ ਨਾਨਕ ਮਤਾ ਬਣਿਆ ਸੀ। ਗੋਰਖ ਮਤ ਸੀ, ਸੰਸਾਰ ਤਿਆਗ ਦਿਓ, ਇਹ ਦੁੱਖਾਂ ਦਾ ਘਰ ਹੈ। ਸ਼ਰਾਬ ਜਾਂ ਹੋਰ ਨਸ਼ਿਆਂ ਦਾ ਸਹਾਰਾ ਲੈ ਕੇ ਸੁਰਤ ਉੱਚੀ ਚਾੜੋ। ਗੁਰੂ ਨਾਨਕ ਨੇ ਸੰਸਾਰ ਵਿੱਚ ਰਹਿ ਕੇ ਸੰਸਾਰ ਨੂੰ ਪਾਉਣ ਦਾ ਢੰਗ ਦੱਸਿਆ। ਗੋਰਖ ਦੇ ਚੇਲਿਆਂ ਨੇ ਨਾਨਕ ਦਾ ਮਤ ਮੰਨ ਲਿਆ ਤੇ ਉਹ ਥਾਂ ਬਾਅਦ ਵਿੱਚ ਨਾਨਕ ਮਤਾ ਹੀ ਕਹਿਲਾਈ। ਕੁਝ ਸਮਾਂ ਤਾਂ ਗੋਰਖ ਮਤੀਏ ਚੁੱਪ ਰਹੇ, ਪਰ ਜਦ ਬਾਬਾ ਅਲਮਸਤ ਜੀ ਨੇ ਸਿੱਖੀ ਪ੍ਰਚਾਰ ਨੂੰ ਅਗੇਰੇ ਵਧਾਇਆ ਤਾਂ ਗੋਰਖ ਮਤੀਏ ਅਲਮਸਤ ਜੀ ਨੂੰ ਧਮਕੀਆਂ ਦੇਣ ਲੱਗੇ ਤੇ ਕਿਹਾ ਵੀ ਨਾ ਨਾਨਕ ਜਗਤ ਤੇ ਰਿਹਾ ਤੇ ਨਾ ਹੀ ਇਹ ਥਾਂ ਰਹੇਗੀ। ਅਲਮਸਤ ਜੀ ਨੇ ਉੱਤਰ ਵਜੋਂ ਕਿਹਾ, ਜਿਸ 5 ਤੱਤ ਦੇ ਪੁਤਲੇ ਨੂੰ ਤੁਸੀਂ ਨਾਨਕ ਨਾਮ ਸਮਝਦੇ ਸੀ, ਉਹ ਸਰੀਰ ਗੁਰੂ ਨਾਨਕ ਨਹੀਂ ਸੀ। ਹਾਂ, ਅਕਾਲ ਪੁਰਖ ਦੀ ਗੁਰਜੋਤੀ ਨਾਨਕ ਨਾਮ ਧਾਰ ਉਸ ਸਰੀਰ ਵਿੱਚ ਆ ਟਿਕੀ ਸੀ। ਜੋਤ ਉਸ ਦੀ ਜਿੰਦਾ ਹੈ, ਜੁਗਤ ਵੀ ਉਹ ਹੀ ਟੁਰ ਰਹੀ ਹੈ, ਸਿਰਫ ਸਰੀਰ ਬਦਲੇ ਹਨ। ਇਹ ਪਿੱਪਲ ਨਿਸ਼ਾਨੀ ਹੈ ਜਿਸ ਦੀਆਂ ਜ਼ਮੀਨਾਂ ਤੋਂ ਉਖੜੀਆਂ ਹੋਈਆਂ ਉੱਚੀਆਂ ਜੜ੍ਹਾਂ ਤੁਹਾਡੇ ਯੋਗ ਬਲ, ਅਭਿਮਾਨ ਦੀ ਹਾਰ
ਤੇ ਸਤਿਗੁਰਾਂ ਦੇ ਹਰ ਨਾਮ ਦੇ ਬਲ ਤੋਂ ਪੈਦਾ ਹੋਈ ਨਿਮਰਤਾ ਦੀ ਜਿੱਤ ਦਾ ਸਬੂਤ ਦੇ ਰਹੀਆਂ ਹਨ। ਇਸ ਨਿਸ਼ਾਨੀ ਦੇ ਹੁੰਦਿਆਂ ਤੁਸੀਂ ਕਿਵੇਂ ਆਖ ਸਕਦੇ ਹੋ ਕਿ ਇਹ ਥਾਂ ਨਾਨਕ ਮਤਾ ਨਹੀਂ ਹੈ? ਇਹ ਦੇਖ ਸੁਣ ਉਹਨਾਂ ਪਾਵਨ ਪਿਪਲੀ ਨੂੰ ਅੱਗ ਲਗਾ ਦਿੱਤੀ। ਗੁਰੂ ਹਰਗੋਬਿੰਦ ਜੀ ਪੰਜਾਬੋਂ ਪਾਰ ਗੜ੍ਹ ਮੁਕਤੇਸ਼ਵਰ ਮੁਰਾਦਾਬਾਦ ਹੁੰਦੇ ਹੋਏ ਨਾਨਕ ਮਤਾ ਜਾ ਪੁੱਜੇ। ਪਿਪਲੀ ਉਸ ਸਮੇਂ ਤੱਕ ਸੜ ਰਿਹਾ ਸੀ। ਗੁਰੂ ਜੀ ਨੇ ਅੱਗ ਬੁਝਵਾਈ ਤੇ ਕੇਸਰ ਦੇ ਛਿੱਟੇ ਮਾਰੇ। ਪਿੱਪਲ ਹੇਠ ਹੀ ਦੀਵਾਨ ਲਗਾਇਆ। ਫੌਜਾਂ ਦੇਖ ਕੇ ਸਿੱਧ ਤ੍ਰਹਿ ਗਏ ਤੇ ਸਿੱਧੀਆਂ ਦੇ ਜ਼ੋਰ ਨਾਲ ਨੀਵਾਂ ਦਿਖਾਉਣ ਦੇ ਯਤਨ ਕਰਨ ਲੱਗੇ, ਪਰ ਗੁਰੂ ਜੀ ਦੇ ਆਤਮ ਬਲ ਅੱਗੇ ਸਭ ਕੁਝ ਨਹੀਂ ਸਫਲ ਸੀ। ਜੋਗੀਆਂ ਨੇ ਸਿਰ ਝੁਕਾਇਆ ਤੇ ਗੁਰੂ ਹਰਗੋਬਿੰਦ ਜੀ ਨੇ ਉਪਦੇਸ਼ ਦਿੰਦੇ ਹੋਏ ਕਿਹਾ, ਗੁਰੂ ਨਾਨਕ ਜੀ ਆਖ ਗਏ ਹਨ ਕਿ ਜਗਿਆਸੂ ਨੂੰ ਮਾਲ, ਧਨ, ਰੂਪ ਤੇ ਰਾਮਜਦ ਤੋਂ ਸਦਾ ਸੁਚੇਤ ਰਹਿਣਾ ਚਾਹੀਦਾ ਹੈ। ਇਹ ਤਿੰਨੇ ਭਰਮਾ ਦਿੰਦੇ ਹਨ ਤੇ ਔਜੜੇ ਪਾ ਦਿੰਦੇ ਹਨ। ਇਸੇ ਤਰ੍ਹਾਂ ਸਿੱਧੀਆਂ ਵੱਲੋਂ ਵੀ ਹੁਸ਼ਿਆਰ ਰਹਿਣਾ ਜ਼ਰੂਰੀ ਹੈ। ਸਿੱਧੀਆਂ ਵੀ ਨਾਮ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਹਨ। ਅਸਲ ਜੋਗੀ ਉਹ ਹੈ ਜਿਸ ਨੇ ਹੰਕਾਰ ਤਜਿਆ ਹੈ ਅਤੇ ਜਿਸ ਦੇ ਵਿੱਚ ਪਰਮਾਤਮਾ ਦਾ ਪ੍ਰੇਮ ਹੈ। ਨਿਰੇ ਭੇਖ ਧਾਰਨ ਨਾਲ ਮੁਕਤੀ ਨਹੀਂ ਪ੍ਰਾਪਤ ਹੁੰਦੀ। ਮਹਾਰਾਸ਼ਟਰ ਦੇ ਸੰਤ ਸਮਰੱਥ ਰਾਮਦਾਸ ਨਾਲ ਮੁਲਾਕਾਤ। ਗੁਰੂ ਨਾਨਕ ਜੀ ਪਿੱਛੋਂ ਗੁਰੂ ਹਰਗੋਬਿੰਦ ਜੀ ਪਹਿਲੇ ਗੁਰੂ ਸਨ ਜੋ ਪ੍ਰਚਾਰ ਜਾਂ ਸੁਧਾਰ ਦੌਰਿਆਂ ਤੇ ਨਿਕਲੇ ਸਨ। ਗੁਰੂ ਅੰਗਦ ਜੀ ਖਡੂਰ ਤੋਂ ਦੂਰ ਨਾ ਜਾ ਸਕੇ। ਗੁਰੂ ਅਮਰਦਾਸ ਜੀ ਦੀ ਫੇਰੀ ਵੱਧ ਤੋਂ ਵੱਧ ਹਰਿਦੁਆਰ ਤੱਕ ਸੀ, ਉਹ ਵੀ ਇੱਕ ਖਾਸ ਮੰਤਵ ਲਈ। ਗੁਰੂ ਰਾਮਦਾਸ ਜੀ ਦਾ ਬਹੁਤ ਸਮਾਂ ਅੰਮ੍ਰਿਤਸਰ ਦੀ ਉਸਾਰੀ ਉੱਤੇ ਲੱਗਾ। ਗੁਰੂ ਅਰਜਨ ਦੇਵ ਜੀ ਨੇ ਮਾਝੇ ਤੇ ਦੁਆਬੇ ਤੱਕ ਦੌਰੇ ਕੀਤੇ, ਪਰ ਉਸ ਤੋਂ ਅੱਗੇ ਉਹ ਜਾ ਨਾ ਸਕੇ। ਇਹ ਗੁਰੂ ਹਰਗੋਬਿੰਦ ਜੀ ਹੀ ਸਨ ਜਿਨ੍ਹਾਂ ਪੰਜਾਬ ਤੋਂ ਬਾਹਰ ਸੁਧਾਰ ਕਰਨ ਹਿੱਤ ਦੌਰਾ ਕੀਤਾ। ਸੋ ਮੁੜਦੀ ਵਾਰੀ ਆਪ ਜੀ ਬਰੇਲੀ, ਲਕਸਰ, ਹਰਿਦੁਆਰ, ਰਿਖੀਕੇਸ਼, ਗੜਵਾਲ ਦੀ ਰਿਆਸਤ ਤੇ ਉਸ ਦੀ ਰਾਜਧਾਨੀ ਸ਼੍ਰੀਨਗਰ ਵੀ ਗਏ। ਸ਼੍ਰੀਨਗਰ ਹੀ ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਸਮਰੱਥ ਰਾਮਦਾਸ ਨਾਲ ਮੁਲਾਕਾਤ ਹੋਈ। ਰਾਮਦਾਸ ਉਹਨਾਂ ਦਿਨਾਂ ਵਿੱਚ ਧਰਮ ਦਾ ਤੱਤ ਸਮਝਣ ਲਈ ਸਭ ਧਰਮ ਅਸਥਾਨਾਂ ਦਾ ਭਰਮਣ ਕਰ ਰਹੇ ਸਨ। ਗੁਰੂ ਜੀ ਨਾਲ ਜਦ ਉਹਨਾਂ ਦੀ ਭੇਟ ਹੋਈ ਤਾਂ ਗੁਰੂ ਜੀ ਸ਼ਿਕਾਰ ਖੇਡ ਕੇ ਮੁੜੇ ਹੀ ਸਨ ਤੇ ਪੂਰੀ ਵਰਦੀ ਵਿੱਚ ਅਤੇ ਲਸ਼ਕਰ ਨਾਲ ਸਨ। ਗੁਰੂ ਹਰਗੋਬਿੰਦ ਜੀ ਨੂੰ ਉਸ ਬਾਣੇ ਵਿੱਚ ਦੇਖ ਰਾਮਦਾਸ ਜੀ ਨੇ ਸ਼ੰਕਾ ਪ੍ਰਗਟ ਕੀਤਾ ਤੇ ਕਿਹਾ, ਮੈਂ ਸੁਣਿਆ ਹੈ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਹੋ। ਗੁਰੂ ਨਾਨਕ ਇੱਕ ਤਿਆਗੀ ਸਾਧੂ ਸੀ ਤੇ ਤੁਸੀਂ ਹਥਿਆਰਬੰਦ ਹੋ, ਫੌਜਾਂ ਤੇ ਘੋੜੇ ਰੱਖੇ ਹੋਏ ਹਨ। ਸੱਚਾ ਪਾਤਸ਼ਾਹ ਅਖਵਾਉਂਦੇ ਹੋ, ਤੁਸੀਂ ਕੈਸੇ ਸਾਧੂ ਹੋ? ਗੁਰੂ ਹਰਗੋਬਿੰਦ ਜੀ ਨੇ ਮੁਸਕਰਾ ਕੇ ਕਿਹਾ, ਬਾਤਨ ਫਕੀਰੀ ਜ਼ਾਹਰ ਅਮੀਰੀ, शस्त्र गरीब की रक्षा, जरवाने की पख्या के लिए। बाबा नानक ने संसार नहीं त्याग्या था, माया त्यागी थी। रामदास जी उस समय झट बोल उठे, यह हमारे मन भावती है। गुरु हरगोबिंद जी का भाव सी कि फकीरी दिखाउण दी वस्तु नहीं, फकीरी तां मन विच शोभदी है। पाखंड ते दिखावा फकीरी दा वैरी है। संसार विच रह के संसार तो दूर रहना धर्म नहीं, लोगन स्यों ठाठा बारा रखना जरूरी है। चित्त अपरंपर नाल जोड़ी रखना परम धर्म है। धर्म बच ही उस समय सकदा है जद हथ विच शस्त्र पकड़िया जाए। गरीब लिताड़िया जा रहा होवे ते धर्मी देखी जाए, यह धर्म नहीं कुधर्म है। मजलूम नूं जरवाणे दे हथों बचाउणा ही गुरु आगू दा करतव है। किरपान इसे दा चिन्ह है। बाबा नानक जी ने उदासी कीती सी गुरमुख लभण लई ते भले पुरखां दी संगत बनाउण लई। जे भले पुरश इकट्ठे हो जाण तां ज़ालम छेती नाल वार ना कर सके। इसे ਲਈ ਉਦਾਸੀਆਂ ਤੋਂ ਮੁੜ ਕੇ ਉਹਨਾਂ ਨੇ ਕਰਤਾਰਪੁਰ ਫਿਰ ਸੰਸਾਰੀ ਰੀਤ ਚਲਾਈ ਸੀ। ਸਮਰੱਥ ਰਾਮਦਾਸ ਜੀ ਜੋ ਧਰਮ ਤੱਤ ਲੱਭਣ ਮਹਾਰਾਸ਼ਟਰ ਤੋਂ ਬਾਹਰ ਨਿਕਲੇ ਸਨ, ਇਸ ਤੱਤ ਨੂੰ ਪਾ ਕੇ ਮਹਾਰਾਸ਼ਟਰ ਮੁੜੇ ਤੇ ਥਾਂ ਥਾਂ ਫਿਰ ਕੇ ਇਸੇ ਗੱਲ ਦਾ ਪ੍ਰਚਾਰ ਕਰਦੇ ਰਹੇ। ਜਦ ਉਹ ਸ਼ਿਵਾਜੀ ਮਰਹੱਟਾ ਦੇ ਧਰਮ ਗੁਰੂ ਸਿੱਖਸ਼ਕ ਨਿਯਤ ਹੋਏ ਤਾਂ ਉਹਨਾਂ ਨੇ ਸ਼ਿਵਾ ਜੀ ਨੂੰ ਐਸੇ ਹੀ ਉਪਦੇਸ਼ ਦਿੱਤੇ। शिवा जी का जन्म 1727 ਵਿੱਚ ਹੋਇਆ। ਉਸਦੇ ਪਿਤਾ ਸ਼ਾਹ ਜੀ ਆਪਣੀ ਜਾਗੀਰ ਉੱਤੇ ਚਲੇ ਗਏ। ਜੀਜਾ ਬਾਈ ਨੇ ਸ਼ਿਵਾ ਜੀ ਦੀ ਸਿੱਖਿਆ ਲਈ ਦਾਦਾ ਜੀ ਕਾਨਦੇਵ ਤੇ ਸਮਰੱਥ ਰਾਮਦਾਸ ਜੀ ਨੂੰ ਨਿਯਤ ਕੀਤਾ। 13 ਸਾਲਾਂ ਦੇ ਹੀ ਸ਼ਿਵਾ ਜੀ ਨੇ ਦੇਸ਼ ਜ਼ਾਲਮਾਂ ਦੇ ਪੰਜੇ ਤੋਂ ਛੁਡਾਉਣ ਦਾ ਮਨ ਕਰ ਲਿਆ ਤੇ 19 ਸਾਲ ਦੀ ਉਮਰ ਵਿੱਚ ਉਹਨਾਂ ਮੇਵਾੜ ਦੇ ਲੋਕਾਂ ਦੀ ਇੱਕ ਫੌਜ ਬਣਾ ਲਈ ਜਿਨ੍ਹਾਂ ਕਦੇ ਇਕੱਠੇ ਹੋਣਾ ਸਿੱਖਿਆ ਹੀ ਨਹੀਂ ਸੀ। ਰਨਾਡੇ ਮਰਹੱਟਾ ਇਤਿਹਾਸਕਾਰ ਨੇ ਠੀਕ ਲਿਖਿਆ ਹੈ ਕਿ ਮੇਵਾੜੀ ਲੋਕੀ ਉਸ ਦੇ ਆਸ਼ਿਆਂ ਨੂੰ ਪੂਰੀਆਂ ਕਰਨ ਲਈ ਚੰਗੇ ਸਿਪਾਹੀ, ਸਾਥੀ ਤੇ ਆਉਣ ਵਾਲੇ ਸਮੇਂ ਲਈ ਆਗਿਆਕਾਰ ਜਰਨੈਲ ਸਾਬਤ ਹੋਏ।
ਕੇਵਲ ਲੁੱਟਮਾਰ ਦੇ ਸਮੇਂ ਨਾਲ ਨਹੀਂ, ਸਗੋਂ ਜਿਸ ਨੂੰ ਉਹ ਵਿਦੇਸ਼ੀ ਅਤਿਆਚਾਰ ਸਮਝਦਾ ਸੀ ਉਸ ਨੂੰ ਮਹਾਰਾਸ਼ਟਰ ਵਿੱਚੋਂ ਕੱਢਣ ਲਈ ਤਤਪਰ ਹੋ ਗਿਆ। ਸ਼ਿਵਾਜੀ ਨੇ ਸਮਰੱਥ ਰਾਮਦਾਸ ਜੀ ਕੋਲੋਂ ਐਸੀ ਪ੍ਰੇਰਨਾ ਲਈ ਤੇ ਸੁਤੰਤਰਤਾ ਦਾ ਜੀਵਨ ਚੁਣਿਆ। ਇਹ ਗੌਰਵ ਸਿੱਖ ਆਗੂਆਂ ਨੂੰ ਪਹੁੰਚਦਾ ਹੈ ਕਿ ਉਹਨਾਂ ਹਿੰਦੁਸਤਾਨ ਦੀਆਂ ਦੋ ਲਹਿਰਾਂ ਵਿੱਚ ਜਾਨ ਪਾਈ। ਮਰਹੱਟਿਆਂ ਦੇ ਆਗੂ ਸ਼ਿਵਾਜੀ ਦੇ ਗੁਰੂ ਨੇ ਪ੍ਰੇਰਨਾ ਗੁਰੂ ਹਰਗੋਬਿੰਦ ਜੀ ਤੋਂ ਲਈ ਅਤੇ ਮਹਾਰਾਣਾ ਪ੍ਰਤਾਪ ਜਦ ਦਿਲ ਢਾਹ ਬੈਠਾ ਤੇ ਮਾਯੂਸ ਹੋ ਗਿਆ ਤਾਂ ਉਸ ਸਮੇਂ ਬਾਬਾ ਸ਼੍ਰੀ ਚੰਦ ਜੀ ਨੇ ਉਸ ਨੂੰ ਅਖੀਰ ਤੱਕ ਡਟੇ ਰਹਿਣ ਤੇ ਜੂਝ ਮਰੋ ਦਾ ਸਿਧਾਂਤ ਦਿੱਤਾ। ਇਸ ਦੇਣ ਨੂੰ ਹਿੰਦੁਸਤਾਨ ਕਦੇ ਭੁਲਾ ਨਹੀਂ ਸਕਦਾ। ਵਾਪਸ ਪੰਜਾਬ ਵਿੱਚ ਡਰੋਲੀ ਵਿਖੇ ਅਥਾਹ ਉਤਸ਼ਾਹ ਤੇ ਨਵੇਂ ਮੋੜ। ਹਰਿਦੁਆਰ, ਸਹਾਰਨਪੁਰ, ਜਗਾਦਰੀ ਤੋਂ ਕੁਰੂਕਸ਼ੇਤਰ, ਕੈਥਲ ਹੁੰਦੇ ਹੋਏ ਆਪ ਜੀ ਡਰੋਲੀ ਪੁੱਜੇ। ਆਪ ਜੀ ਦੇ ਪੁੱਜਣ ਉਪਰੰਤ ਹੀ ਭਾਈ ਸਾਈਂ ਦਾਸ ਨੇ ਮਕਾਨ ਵਿੱਚ ਪ੍ਰਵੇਸ਼ ਕੀਤਾ। ਡਰੋਲੀ ਵਿਖੇ ਹੀ ਸਨ ਕਿ ਆਪ ਜੀ ਨੂੰ ਪਿਆਰ ਖਿੱਚ ਨੇ ਫਿਰ ਧੂ ਲਿਆ। ਦੋ ਪਿਓ ਪੁੱਤਰ ਪਿਆਰ ਦੀ ਖੇਡ ਖੇਡ ਰਹੇ ਸਨ। ਉਹਨਾਂ ਗੁਰੂ ਪਾਤਸ਼ਾਹ ਦਾ ਨੇੜੇ ਆਉਣਾ ਸੁਣਿਆ ਸੀ। ਪਾਣੀ ਦੀ ਛਾਗਲ ਉਹਨਾਂ ਇੱਕ ਦਰਖਤ ਨਾਲ ਲਟਕਾਈ ਹੋਈ ਸੀ। ਜਦ ਖੋਲ ਕੇ ਛਾਗਲ ਵਿੱਚੋਂ ਪਾਣੀ ਪੀਣ ਲੱਗੇ ਤਾਂ ਠੰਡਾ ਬਰਫ਼ ਵਾਂਗ ਲੱਗਾ। ਉਸ ਸਮੇਂ ਆਖਿਓ ਨੇ ਕਿ ਪਾਣੀ ਤਦ ਪੀਆਂਗੇ ਜੇ ਪਹਿਲਾਂ ਗੁਰੂ ਜੀ ਆ ਛਕਣ। ਗੁਰੂ ਜੀ ਨੇ ਕੜਕਦੀ ਧੁੱਪ ਵਿੱਚ ਘੋੜਾ ਮੰਗਵਾਇਆ ਤੇ ਜਿੱਥੇ ਸਾਧੂ ਤੇ ਰੂਪਾ ਜਾਣ ਦੀ ਬਾਜ਼ੀ ਲਗਾ ਕੇ ਉਡੀਕ ਰਹੇ ਸਨ ਉੱਥੇ ਪੁੱਜੇ। ਜਲ ਛਕਿਆ ਤੇ ਉਹਨਾਂ ਉੱਤੇ ਬਖਸ਼ਿਸ਼ਾਂ ਕੀਤੀਆਂ। ਜਦ ਗੁਰੂ ਜੀ ਆਪਣੀ ਕਿਰਪਾਨ ਉਸ ਨੂੰ ਦੇਣ ਲੱਗੇ ਤਾਂ ਰੂਪਾ ਜੀ ਨੇ ਕਿਹਾ ਕਿ ਉਹ ਇਸ ਯੋਗ ਨਹੀਂ ਕਿ ਉਸ ਨੂੰ ਪਹਿਨ ਸਕੇ। ਮਹਾਰਾਜ ਉਸ ਦੀ ਨਿਮਰਤਾ ਤੇ ਹੋਰ ਪ੍ਰਸੰਨ ਹੋਏ ਤੇ ਫਰਮਾਇਆ, ਸੰਗਤ ਬਣਾਉਣੀ ਤੁਹਾਡੀ ਜ਼ੁਬਾਨ ਵਿੱਚ ਸੱਤ ਤੇ ਰਸ ਹੋਵੇਗਾ। ਗੁਰੂ ਨਾਨਕ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਨਾ ਤੇ ਧਰਮ ਦਾ ਉਪਦੇਸ਼ ਕਰਨਾ। ਭਾਈ ਸਾਧੂ ਘਰ ਸਿੱਖੀ ਭਾਈ ਆਕਲ ਦੀ ਬੱਚੀ ਦੇ ਸਿਦਕ ਕਰਕੇ ਆਈ ਸੀ। ਇਹ ਪਿਆਰ ਤੇ ਸਤਿਕਾਰ ਦੀ ਸਾਖੀ ਦੱਸ ਰਹੀ ਸੀ ਕਿ ਗੁਰੂ ਜੀ ਨਾਲ ਕਿਤਨਾ ਅਥਾਹ ਪਿਆਰ ਸੰਗਤਾਂ ਕਰਦੀਆਂ ਸਨ। ਸ਼ਰਧਾ ਸਿਖਰ ਤੇ ਸੀ ਤੇ ਗੁਰੂ ਭਗਤੀ ਵੀ ਡੂੰਘੀ ਸੀ। ਬਾਬਾ ਬਕਾਲਾ ਵੱਲ ਅੰਮ੍ਰਿਤਸਰ ਪੁੱਜ ਕੇ ਸਾਰੇ ਪ੍ਰਬੰਧ ਦੀ ਦੇਖਭਾਲ ਕੀਤੀ, ਪਰ ਛੇਤੀ ਦੀ ਬਕਾਲੇ ਵੱਲ ਖਿੱਚਾਂ ਪਈਆਂ। ਬਕਾਲੇ ਵਿੱਚ ਹੀ ਇੱਕ ਸਿੱਖ ਭਾਈ ਮੇਰਾ ਨੇ ਇੱਕ ਨਿੱਜੀ ਘਰ ਬਣਾਇਆ ਤੇ ਜਦ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਤਾਂ ਇਹ ਧਾਰ ਬੈਠਾ ਕਿ ਪਹਿਲਾਂ ਸਤਿਗੁਰੂ ਚਰਨ ਪਾਉਣ ਫਿਰ ਉਹ ਪ੍ਰਵੇਸ਼ ਕਰੇਗਾ। ਸਤਿਗੁਰੂ ਪਾਸ ਉਸ ਬੇਨਤੀ ਭੇਜੀ। ਮਹਾਰਾਜ ਨੇ ਉੱਧਰ ਜਾਣਾ ਸਵੀਕਾਰ ਕਰ ਲਿਆ। ਪੰਜਾਬ ਵਿੱਚ ਹੀ ਅਰਾਜਕਤਾ ਫੈਲ ਰਹੀ ਸੀ। ਲਾਹੌਰ ਤੋਂ ਐਸੀਆਂ ਖਬਰਾਂ ਆ ਰਹੀਆਂ ਸਨ ਕਿ ਜਹਾਂਗੀਰ ਬਿਮਾਰ ਹੋ ਗਿਆ ਹੈ ਤੇ ਖੁਰਮ ਨੇ ਵੀ ਬਗਾਵਤ ਕਰ ਦਿੱਤੀ ਹੈ। ਇਹ ਗੱਲਾਂ 1621 ਦੇ ਅਖੀਰ ਦੀਆਂ ਹਨ। ਵਿਰੋਧੀ ਸਿਰ ਉਠਾ ਰਹੇ ਹਨ। ਭਾਵੇਂ ਆਪ ਜੀ ਦਾ ਅੰਮ੍ਰਿਤਸਰ ਟਿਕਣਾ ਜ਼ਰੂਰੀ ਸੀ, ਪਰ ਸਿੱਖ ਦੀ ਸ਼ਰਧਾ ਮੰਗ ਕਰਦੀ ਸੀ ਕਿ ਬਕਾਲੇ ਪੁੱਜਣਾ ਜ਼ਰੂਰੀ ਹੈ। ਆਪ ਜੀ ਭਾਈ ਮੇਰਾ ਜੀ ਦੇ ਘਰ ਪੁੱਜੇ। ਉਸਨੇ ਗੁਰੂ ਦੇ ਚਰਨ ਪਾਉਣ ਉਪਰੰਤ ਹੀ ਪ੍ਰਵੇਸ਼ ਕੀਤਾ। ਉੱਥੇ ਹੀ ਰਿਆੜਕੀ ਦੇ ਇਲਾਕੇ ਦੀ ਸੰਗਤ ਤੇ ਮਾਝਾ ਦੇ ਸ਼ਰਧਾਲੂ ਸਿੱਖ ਦਰਸ਼ਨਾਂ ਨੂੰ ਆਏ। ਬਕਾਲੇ ਵਿਖੇ ਹੀ ਸਨ ਕਿ ਮਾਤਾ ਗੰਗੋ ਜੀ ਅਕਾਲ ਚਲਾਣਾ ਕਰ ਗਏ ਤੇ ਮਾਤਾ ਗੰਗੋ ਜੀ ਦੀ ਇੱਛਾ ਅਨੁਸਾਰ ਬਿਆਸਾ ਵਿੱਚ ਮ੍ਰਿਤਕ ਸਰੀਰ ਨੂੰ ਪ੍ਰਵਾਹ ਕਰ ਦਿੱਤਾ ਗਿਆ। ਪੰਜਾਬ ਦੇ ਹਾਲਾਤ ਕੁਝ ਐਸਾ ਪਲਟਾ ਖਾ ਰਹੇ ਸਨ ਕਿ ਆਪ ਜੀ ਭੋਗ ਦੀ ਰਸਮ ਤੱਕ ਵੀ ਨਾ ਰੁਕੇ ਤੇ ਅੰਮ੍ਰਿਤਸਰ ਮੁੜ ਆਏ। ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼। 1 ਅਪ੍ਰੈਲ 1621 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਦਾ ਜਨਮ ਸ਼੍ਰੀ ਅੰਮ੍ਰਿਤਸਰ ਵਿਖੇ ਗੁਰੂ ਕੇ ਮਹੱਲ ਹੋਇਆ। ਆਪ ਜੀ ਦਾ ਨਾਂ ਤਿਆਗਮਲ ਰੱਖਿਆ। ਸਤਿਗੁਰੂ ਨੇ ਬਾਲਕ ਨੂੰ ਬੰਦਨਾ ਕੀਤੀ ਤੇ ਹੱਥਾਂ ਵਿੱਚ ਲੈ ਫਰਮਾਇਆ, ਇਹ ਇੰਦਰੀ ਜਿੱਤ ਤਿਆਗ ਦਾ ਸਿਖਰ ਹੋਵੇਗਾ। ਦੀਨ ਰਚ ਸੰਕਟ ਹਰੈ। ਬ੍ਰਹਮ ਗਿਆਨੀ ਤੇਗ ਦਾ ਧਨੀ ਬਚਨ ਦਾ ਪੂਰਾ ਤੇ ਦੀਨਾਂ ਦਾ ਰੱਖਿਅਕ ਹੋਵੇਗਾ। ਜਹਾਂਗੀਰ ਫਿਰ ਕਸ਼ਮੀਰ ਵੱਲ ਤੇ ਖਲੀਲ ਬੇਗ ਨੇ ਘੋੜੇ ਖੋਹਣੇ। ਜਹਾਂਗੀਰ ਲਾਹੌਰ ਮੁੜਿਆ ਹੀ ਸੀ ਕਿ ਉਸ ਦੀ ਸਿਹਤ ਖਰਾਬ ਹੋ ਗਈ। ਗਰਮੀਆਂ ਤੋਂ ਬਚਣ ਲਈ ਉਹ ਫਿਰ ਕਸ਼ਮੀਰ ਵੱਲ ਚੱਲ ਪਿਆ। ਇੱਧਰ ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਟਿਕ ਕੇ ਜਥੇਬੰਦੀ ਨੂੰ ਪੱਕੇ ਪੈਰਾਂ ਉੱਤੇ ਖੜਾ ਕਰਨ ਲਈ ਦੂਰ ਦੁਰਾਡੇ ਹੁਕਮਨਾਮੇ ਭੇਜੇ। ਭਾਈ ਸਾਧ ਜੀ ਕਾਬਲ ਵਿਖੇ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਨੂੰ ਕਾਬਲ ਵਿੱਚੋਂ ਘੋੜੇ ਖਰੀਦ ਭੇਜਣ ਲਈ ਕਿਹਾ। ਭਾਈ ਜੀ ਨੇ 3 ਘੋੜੇ ਖਰੀਦੇ ਤੇ ਘੋੜੇ ਲੈ ਪੰਜਾਬ ਵੱਲ ਚੱਲ ਪਏ। ਮੁਹਸਨ ਫਾਨੀ ਨਾਲ ਹੀ ਸੀ ਤੇ ਉਹ ਇਸ ਸਿੱਖ ਦੀ ਕਾਰ ਦੇਖ ਬਹੁਤ ਪ੍ਰਭਾਵਿਤ ਹੋਇਆ ਸੀ। ਜਦ ਉਹ ਅਟਕੋਂ ਪਾਰ ਹੋਏ ਤਾਂ ਉਹਨਾਂ ਘੋੜਿਆਂ ਉੱਤੇ ਖਲੀਲ ਬੇਗ ਅਤੇ ਉਸਦੇ ਪੁੱਤਰ ਦੀ ਭੈੜੀ ਨਜ਼ਰ ਪੈ ਗਈ। ਖਲੀਲ ਬੇਗ ਨੇ ਘੋੜਿਆਂ ਦਾ ਮੁੱਲ ਪਾਇਆ, ਪਰ ਭਾਈ ਸਾਧ ਜੀ ਨੇ ਕਿਹਾ ਕਿ ਇਹ ਘੋੜੇ ਗੁਰੂ ਲਈ ਹਨ, ਇਹ ਅਮੁੱਲ ਹਨ। ਖਲੀਲ ਬੇਗ ਨੇ ਘੋੜਿਆਂ ਨੂੰ ਜਬਰਨ ਖੋਹ ਲਿਆ। ਭਾਈ ਸਾਧੂ ਨੇ ਗੁਰੂ ਜੀ ਨੂੰ ਸਾਰੀ ਵਾਰਤਾ ਦੱਸੀ। ਗੁਰੂ ਮਹਾਰਾਜ ਨੇ ਸਿਰਫ ਇਤਨਾ ਕਿਹਾ,
ਇਹ ਕਰ ਕਰੇ ਸੋ ਇਹ ਕਰ ਪਾਏ, ਘੜੀ ਮੌਤ ਨਾ ਲੱਗੈ। ਇਤਿਹਾਸ ਦੱਸਦਾ ਹੈ ਕਿ ਜਬਰੀ ਘੋੜੇ ਖੋਹ ਕੇ ਜਦ ਉਹ ਘਰ ਲੈ ਗਿਆ ਤਾਂ ਉਸਨੂੰ ਉਹ ਬਹੁਤ ਹੀ ਨਾ ਮੁਬਾਰਕ ਬੈਠੇ। ਉਸ ਸਾਲ ਹੀ ਉਸਦਾ ਜਵਾਨ ਪੁੱਤਰ ਮਰ ਗਿਆ। ਉਸ ਪੁੱਤਰ ਨੇ ਹੀ ਖਲੀਲ ਬੇਗ ਨੂੰ ਪ੍ਰੇਰ ਕੇ ਇਹ ਘੋੜੇ ਖੋਹਣ ਦਾ ਜ਼ੁਲਮ ਕਮਾਇਆ ਸੀ। ਜਦ ਜਹਾਂਗੀਰ ਨੂੰ ਕਸ਼ਮੀਰ ਤੋਂ ਮੁੜਨ ਉਪਰੰਤ ਘੋੜੇ ਖੋਹਣ ਦੀ ਗੱਲ ਦਾ ਪਤਾ ਲੱਗਾ ਤਾਂ ਉਸਨੇ ਗੁੱਸਾ ਮਨਾਇਆ ਤੇ ਖਲੀਲ ਬੇਗ ਨੂੰ ਖੁਆਰ ਕਰਕੇ ਨੌਕਰੀ ਤੋਂ ਕੱਢ ਦਿੱਤਾ। ਮੁਹਸਨ ਫਾਨੀ ਲਿਖਦਾ ਹੈ, ਖਲੀਲ ਬੇਗ ਨੂੰ ਉਹ ਘੋੜੇ ਮੁਬਾਰਕ ਨਾ ਬੈਠੇ। ਉਸੇ ਸਾਲ ਉਸਦਾ ਪੁੱਤਰ ਜੋ ਇਸ ਦਾ ਕਾਰਨ ਸੀ ਮਰ ਗਿਆ ਤੇ ਉਹ ਆਪ ਬਦਨਾਮ ਤੇ ਬੇਇੱਜ਼ਤ ਹੋਇਆ। ਜਹਾਂਗੀਰ ਨੇ ਆਪ ਵੀ ਲਿਖਿਆ ਹੈ ਕਿ ਮੁਤਮੈਦ ਖਾਨ, ਖਲੀਲ ਬੇਗ ਤੇ ਫਿਦਾਏ ਖਾਨ ਨੇ ਮੇਰੇ ਪਿੱਛੋਂ ਸਖਤ ਸ਼ਰਾਰਤਾਂ ਕੀਤੀਆਂ, ਸੋ ਮੁਤਮੈਦ ਖਾਂ ਤੇ ਖਲੀਲ ਬੇਗ ਨੂੰ ਮੌਤ ਦੇ ਘਾਟ ਉਤਾਰਿਆ ਤੇ ਫਿਦਾਏ ਖਾਂ ਨੂੰ ਬੇਕਸੂਰ ਜਾਣ ਕੇ ਛੱਡ ਦਿੱਤਾ। ਖਲੀਲ ਬੇਗ ਦੀ ਮੌਤ ਨਾਲ ਗੁਰੂ ਹਰਗੋਬਿੰਦ ਜੀ ਦਾ ਪ੍ਰਤਾਪ ਹੋਰ ਵਧਿਆ ਤੇ ਲਾਹੌਰ ਨੇ ਹੋਰ ਸ਼ਰਾਰਤ ਕਰਨ ਤੋਂ ਹੱਥ ਸੰਕੋਚ ਲਿਆ। ਬਾਬਾ ਗੁਰਦਿੱਤਾ ਜੀ ਦੀ ਸ਼ਾਦੀ 1625। ਬਾਬਾ ਗੁਰਦਿੱਤਾ ਜੀ ਦਾ ਮੂੰਹ ਮੁਹਾਂਦਰਾ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਮਿਲਦਾ ਸੀ। ਉਹ ਗੁਰੂ ਪਿਤਾ ਦੇ ਕੰਮਾਂ ਵਿੱਚ ਹੱਥ ਵਟਾ ਰਹੇ ਸਨ ਤੇ ਸੇਵਾ ਸਿਮਰਨ ਵਿੱਚ ਹੀ ਸਮਾਂ ਗੁਜ਼ਾਰਦੇ ਸਨ। ਇਹਨਾਂ ਦੀ ਸੇਵਾ ਕਈਆਂ ਨੂੰ ਆਪਣੇ ਵੱਲ ਖਿੱਚ ਰਹੀ ਸੀ। ਭਾਈ ਰਾਮਾ ਜੀ ਉਹਨਾਂ ਦੀ ਸ਼ਖਸੀਅਤ ਤੋਂ ਇਤਨੇ ਪ੍ਰਭਾਵਿਤ ਹੋਏ ਕਿ ਮਨ ਵਿੱਚ ਸੰਕਲਪ ਧਾਰ ਬੈਠੇ ਕਿ ਬਾਬਾ ਗੁਰਦਿੱਤਾ ਜੀ ਨਾਲ ਉਹਨਾਂ ਦੀ ਲੜਕੀ ਦਾ ਰਿਸ਼ਤਾ ਹੋ ਜਾਏ। ਗਰੀਬੀ ਹੋਣ ਦੇ ਨਾਤੇ ਉਹ ਦਿਲ ਦੀ ਗੱਲ ਮੂੰਹ ਤੇ ਨਾ ਲਿਆ ਸਕੇ। ਇੱਕ ਦਿਨ ਭਰੇ ਦੀਵਾਨ ਵਿੱਚ ਗੁਰੂ ਹਰਗੋਬਿੰਦ ਜੀ ਨੇ ਭਾਈ ਰਾਮਾ ਜੀ ਨੂੰ ਕੋਲ ਬੁਲਾ ਕੇ ਕਿਹਾ, ਰਾਮਾ ਤੂੰ ਗਰੀਬ ਨਹੀਂ ਹੈ, ਤੇਰੇ ਕੋਲ ਸਿੱਖੀ ਹੈ, ਮਾਇਆ ਤਾਂ ਨਾਸ਼ਵੰਤ ਹੈ। ਸੋ ਉੱਥੇ ਹੀ ਅਰਦਾਸ ਕੀਤੀ ਗਈ ਤੇ ਕੁਝ ਦਿਨਾਂ ਵਿੱਚ ਹੀ ਸ਼ਾਦੀ ਵੀ ਹੋ ਗਈ। ਬਰਾਤ ਬਟਾਲੇ ਗਈ। ਗਰੀਬ ਨਵਾਜ ਨੇ ਇਹ ਰਿਸ਼ਤਾ ਸਵੀਕਾਰ ਕਰਕੇ ਨਵੇਂ ਪੂਰਨੇ ਪਾਏ। ਬਾਬਾ ਅਟਲ ਜੀ ਦਾ ਅਕਾਲ ਚਲਾਣਾ। ਬਾਬਾ ਅਟਲ ਰਾਏ ਜੀ ਦਾ ਜਨਮ 1619 ਵਿੱਚ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ਸੀ। ਆਪ ਸਦਾ ਭਗਤੀ ਵਿੱਚ ਲੀਨ ਰਹਿੰਦੇ ਸਨ। ਪਿਆਰ ਤੇ ਸਹਿਜ ਦੀ ਮੂਰਤ ਸਨ। ਕਰਾਮਾਤੀ ਸ਼ਕਤੀਆਂ ਆਪ ਮੁਹਾਰੇ ਹੀ ਉਹਨਾਂ ਵਿੱਚ ਇਕੱਠੀਆਂ ਹੋ ਰਹੀਆਂ ਸਨ। ਇੱਕ ਸਮੇਂ ਸਾਥੀਆਂ ਨਾਲ ਖੇਡਦੇ ਰਾਤ ਪੈ ਜਾਣ ਕਰਕੇ ਮਿੱਟੀ ਇੱਕ ਸਾਥੀ ਦੇ ਸਿਰ ਰਹਿ ਗਈ। ਦੂਸਰੇ ਦਿਨ ਜਦ ਉਹ ਸਾਥੀ ਖੇਡਣ ਲਈ ਨਾ ਆਇਆ ਤਾਂ ਆਪ ਨੂੰ ਦੱਸਿਆ ਗਿਆ ਕਿ ਉਹ ਸੱਪ ਲੜਨ ਕਰਕੇ ਉਸ ਸਾਥੀ ਦੀ ਮੌਤ ਹੋ ਗਈ ਹੈ। ਆਪ ਜੀ ਨੇ ਸਹਿਜ ਸੁਭਾਅ ਹੀ ਕਿਹਾ ਕਿ ਉਹ ਮੱਕਰ ਕਰਦਾ ਹੈ ਤੇ ਬਾਕੀ ਹਾਣੀਆਂ ਸਮੇਤ ਉਸਦੇ ਘਰ ਪੁੱਜੇ। ਉੱਥੇ ਜਾ ਕੇ ਆਪਣੀ ਛੜੀ ਨਾਲ ਲੇਟੇ ਸਾਥੀ ਨੂੰ ਟੁੰਬਿਆ ਤੇ ਕਿਹਾ, ਉੱਠ ਸਾਡੀ ਮਿੱਟੀ ਦੇ। ਉਸ ਨੂੰ ਛੜੀ ਦਾ ਛੋਹਣਾ ਸੀ ਕਿ ਉਹ ਉੱਠ ਬੈਠਾ ਤੇ ਖੇਡਣ ਲਈ ਨਾਲ ਚੱਲ ਪਿਆ। ਸਾਰੇ ਨਗਰ ਵਿੱਚ ਰੌਲਾ ਪੈ ਗਿਆ ਕਿ ਜਿਹੋ ਜਿਹਾ ਬਾਪ ਉਹੋ ਜਿਹਾ ਪੁੱਤਰ। ਜਦ ਗੁਰੂ ਜੀ ਨੇ ਸਾਰੀ ਵਾਰਤਾ ਸੁਣੀ ਤਾਂ ਕਿਹਾ, ਸਾਡੇ ਘਰ ਕੌਣ ਰੱਬ ਦਾ ਸ਼ਰੀਕ ਜੰਮ ਪਿਆ ਹੈ। ਬਾਬਾ ਅਟਲ ਰਾਏ ਜੀ ਨੇ ਜਦ ਗੁਰੂ ਹਰਗੋਬਿੰਦ ਜੀ ਦੇ ਆਖੇ ਰੱਬ ਦੇ ਸ਼ਰੀਕ ਦੇ ਵਾਕ ਸੁਣੇ ਤਾਂ ਸਮਾਧੀ ਲਗਾ ਲਈ ਤੇ ਪ੍ਰਾਣ ਚੜਾ ਲਏ। ਮਹਾਰਾਜ ਨੇ ਸਤਿਕਾਰ ਨਾਲ ਸੰਸਕਾਰ ਕੀਤਾ ਤੇ ਵਾਹਿਗੁਰੂ ਦਾ ਸ਼ੁਕਰ ਮਨਾਇਆ। ਸਭ ਸੰਗਤਾਂ ਪਰਚਾਉਣੀ ਲਈ ਆਉਂਦੀਆਂ ਪਰ ਗੁਰੂ ਜੀ ਸਭ ਨੂੰ ਤਸੱਲੀ ਦਿੰਦੇ ਰਹੇ। ਭਾਈ ਸਾਈਂ ਦਾਸ ਜੀ ਨੇ ਡਰੋਲੀ ਤੋਂ ਆ ਕੇ ਗੁਰੂ ਜੀ ਨੂੰ ਸਹਿਜ ਸੁਭਾਅ ਵਿੱਚ ਵਿਚਰਦੇ ਦੇਖ ਆਖਿਆ, ਮਹਾਰਾਜ ਆਪ ਜੀ ਨੂੰ ਕੋਈ ਗਮ ਨਹੀਂ ਹੋਇਆ, ਇਹ ਕਿਉਂ? ਗੁਰੂ ਮਹਾਰਾਜ ਨੇ ਕਿਹਾ, ਸਾਈਂ ਦਾਸ ਇੱਕ ਲਕੀਰ ਜ਼ਮੀਨ ਉੱਤੇ ਪਾਓ। ਸਾਈਂ ਦਾਸ ਨੇ ਇੱਕ ਲਕੀਰ ਖਿੱਚ ਦਿੱਤੀ। ਮਹਾਰਾਜ ਨੇ ਕਿਹਾ, ਸਾਈਂ ਦਾਸ ਇਸ ਨੂੰ ਮਿਟਾ ਦੇ। ਉਸਨੇ ਮਿਟਾ ਦਿੱਤੀ। ਜਦ ਲਕੀਰ ਮਿਟ ਗਈ ਤਾਂ ਗੁਰੂ ਹਰਗੋਬਿੰਦ ਜੀ ਨੇ ਪੁੱਛਿਆ, ਸਾਈਂ ਦਾਸ ਤੈਨੂੰ ਲਕੀਰ ਪਾਉਣ ਦੀ ਕੋਈ ਖੁਸ਼ੀ ਹੋਈ ਸੀ? ਮਹਾਰਾਜ ਕਾਹਦੀ ਖੁਸ਼ੀ, ਤੁਸਾਂ ਹੁਕਮ ਕੀਤਾ ਮੈਂ ਖਿੱਚ ਦਿੱਤੀ। ਸਾਈਂ ਦਾਸ ਦਾ ਉੱਤਰ ਸੀ, ਕੋਈ ਮਿਟਾਉਣ ਦੀ ਗਮੀ ਹੋਈ ਹੈ? ਗੁਰੂ ਹਰਗੋਬਿੰਦ ਜੀ ਨੇ ਫਿਰ ਪੁੱਛਿਆ। ਮਹਾਰਾਜ ਆਪ ਜੀ ਨੇ ਹੁਕਮ ਕੀਤਾ, ਮੈਂ ਮਿਟਾ ਦਿੱਤਾ। ਗਮੀ ਕਿਸ ਗੱਲ ਦੀ? ਸਾਈਂ ਦਾਸ ਜੀ ਨੇ ਫਿਰ ਆਖਿਆ। ਗੁਰੂ ਹਰਗੋਬਿੰਦ ਜੀ ਨੇ ਗੱਲ ਸਪਸ਼ਟ ਕਰਦੇ ਹੋਏ ਕਿਹਾ, ਇਸੇ ਤਰ੍ਹਾਂ ਹੈ ਸਾਈਂ ਦਾਸ, ਜਗਤ ਤਮਾਸ਼ਾ ਹੈ। ਉਸ ਦੇ ਹੁਕਮ ਮੁਤਾਬਕ ਇਹ ਸਰੀਰ ਰੂਪੀ ਲਕੀਰ ਪੈਂਦੀ ਹੈ ਤੇ ਉਸ ਦੀ ਆਗਿਆ ਅਨੁਸਾਰ ਹੀ ਮਿਟ ਜਾਂਦੀ ਹੈ। ਆਗਿਆ ਵਿੱਚ ਰਹਿਣ ਨਾਲ ਨਾ ਗਮੀ ਤੇ ਨਾ ਖੁਸ਼ੀ ਹੁੰਦੀ ਹੈ। ਅਟਲ ਰਾਏ ਇਸ ਬ੍ਰਹਮੰਡ ਵਿੱਚ ਇੱਕ ਲਕੀਰ ਨਿਆਈ ਹੀ ਸੀ, ਸੋ ਉਭਰਨ ਤੇ ਮਿਟਣ ਦੀ ਕੋਈ ਚਿੰਤਾ ਨਹੀਂ ਰੱਖਣੀ ਚਾਹੀਦੀ। ਬੀਬੀ ਕੌਲਾਂ ਦਾ ਕਿੱਸਾ। ਅੰਮ੍ਰਿਤਸਰ ਹੀ ਟਿਕੇ ਹੋਏ ਸਨ ਕਿ 1626 ਈਸਵੀ ਨੂੰ ਮੀਆਂ ਮੀਰ ਜੀ ਦਾ ਚੇਲਾ ਅਬਦੁਲ ਯਾਰ ਸ਼ਾਹ ਕਾਜ਼ੀ ਰੁਸਤਮ ਖਾਂ ਦੀ ਕਨੀਜ਼ ਨੂੰ ਗੁਰੂ ਜੀ ਕੋਲ ਲੈ ਆਇਆ। ਅਬਦੁੱਲਾ ਨੇ ਦੱਸਿਆ ਕਿ ਇਹ ਬੀਬੀ ਮੀਆਂ ਮੀਰ ਦੀ ਸੰਗਤ ਕਰਕੇ ਸੂਫੀਆਨਾ ਖਿਆਲ ਰੱਖਦੀ ਹੈ ਤੇ ਧਰਮ ਵਿੱਚ ਕੱਟੜਪੁਣਾ ਨਹੀਂ ਸਹਾਰਦੀ। ਗੁਲਾਮ ਹੋਣ ਕਰਕੇ ਆਪਣੇ ਖਿਆਲਾਂ ਦਾ ਪ੍ਰਗਟਾਵਾ ਵੀ ਨਹੀਂ ਕਰ ਸਕਦੀ। ਕਾਜ਼ੀ ਨੇ ਇਸ ਨੂੰ ਮਾਰ ਪਿਟਾਈ ਵੀ ਕੀਤੀ ਹੈ ਤੇ ਕਈ ਹੋਰ ਕਸ਼ਟ ਵੀ ਦਿੱਤੇ ਹਨ।
ਉਸ ਨਰਕ ਦੀ ਜ਼ਿੰਦਗੀ ਤੋਂ ਕੱਢਣ ਲਈ ਮੀਆਂ ਮੀਰ ਜੀ ਨੇ ਆਪ ਪਾਸ ਭੇਜਿਆ ਹੈ। ਨਿਥਾਵੇਂ ਦੀ ਥਾਂ ਤੇ ਨਿਆਸਰਿਆਂ ਦੇ ਆਸਰੇ ਗੁਰੂ ਪਾਤਸ਼ਾਹ ਨੇ ਖੁਸ਼ੀ ਨਾਲ ਪਨਾਹ ਦਿੱਤੀ ਤੇ ਇੱਕ ਵੱਖ ਮਕਾਨ ਵੀ ਬਣਾ ਦਿੱਤਾ। ਇਸ ਕਰਮ ਨਾਲ ਲਾਹੌਰ ਵਿੱਚ ਮਜ਼ਹਬੀ ਤੂਫਾਨ ਉੱਠਣਾ ਸੁਭਾਵਿਕ ਸੀ ਤੇ ਸਿੱਖਾਂ ਵਿੱਚ ਚਰਚਾ ਦਾ ਮਜ਼ਮੂਨ ਬਣਨਾ ਲਾਜ਼ਮੀ ਸੀ। ਤਖ਼ਤ ਉੱਤੇ ਜਹਾਂਗੀਰ ਸੀ, ਇਸ ਲਈ ਸਿੱਧਾ ਤਾਂ ਦਖਲ ਨਾ ਦੇ ਸਕੇ, ਪਰ ਧਮਕੀਆਂ ਭੇਜਦੇ ਰਹੇ। ਰੁਸਤਮ ਖਾਂ ਖੁਦ ਵੀ ਆਇਆ, ਪਰ ਗੁਰੂ ਮਹਾਰਾਜ ਨੇ ਉਸ ਨੂੰ ਸਮਝਾਇਆ ਤੇ ਗੱਲ ਕੁਝ ਚਿਰ ਵਧਣ ਤੋਂ ਰੁਕੀ। ਸਿੱਖ ਸਾਖੀਕਾਰਾਂ ਨੇ ਇਸ ਗੱਲ ਨੂੰ ਕਈ ਮਸਾਲੇ ਲਗਾ ਕੇ ਸੁਆਦ ਨਾਲ ਬਣਾਇਆ ਹੈ। ਕਿਸੇ ਬਾਬਾ ਬੁੱਢਾ ਜੀ ਦੇ ਸਰਾਪ ਨਾਲ ਜੋੜਿਆ ਹੈ, ਕਿਸੇ ਕੌਲਾਂ ਦਾ ਗੁਰੂ ਦੇ ਰੂਪ ਉੱਤੇ ਮੋਹਿਤ ਹੋਣ ਦੀ ਗੱਲ ਲਿਖੀ ਹੈ ਤੇ ਕਿਸੇ ਕੌਲਾਂ ਨੂੰ ਸਿੱਖ ਸੱਜਣ ਦੀ ਸਾਖੀ ਘੜ ਲਈ ਹੈ। ਮਕਾਲਿਫ ਵੀ ਇਸੇ ਵਹਿਣ ਵਿੱਚ ਰੁੜ ਗਿਆ। ਇਹ ਸਾਰੀਆਂ ਗੱਲਾਂ ਹੀ ਨਿਰਮੂਲ ਲੱਗਦੀਆਂ ਹਨ। ਗੁਰੂ ਜੀ ਦੇ ਆਚਰਨ ਦਾ ਪਹਾੜ ਵਾਂਗੂ ਅਹਿਲ ਹੋਣ ਦਾ ਕਮਾਲ ਤਾਂ ਸਭ ਦੇਖ ਚੁੱਕੇ ਸਨ। ਮੁਹਸਨ ਫਾਨੀ ਜਿਹਾ ਬਾਰੀਕ ਬੀਨੀ ਨਾਲ ਲਿਖਣ ਵਾਲਾ ਇਤਿਹਾਸਕਾਰ, ਜੋ ਗੁਰੂ ਹਰਗੋਬਿੰਦ ਜੀ ਦੇ ਸੁਭਾਅ, ਚਲਨ ਅਤੇ ਗੁਰਸਿੱਖਾਂ ਦੇ ਵਿਹਾਰ ਉੱਤੇ ਕਈ ਸਾਖੀਆਂ ਲਿਖਦਾ ਹੈ, ਇਸ ਗੱਲ ਦਾ ਜ਼ਿਕਰ ਕਿਧਰੇ ਨਹੀਂ ਕਰਦਾ। ਇਹ ਇੱਕ ਸੁਭਾਵਿਕ ਕਰਮ ਸੀ। ਕਈ ਨਿਆਸਰੇ ਆ ਕੇ ਆਸਰਾ ਲੈਂਦੇ ਹੀ ਸਨ। ਫਿਰ ਜੇ ਰੁਸਤਮ ਖਾਂ ਦੀ ਲੜਕੀ ਹੁੰਦੀ ਤਾਂ ਜਹਾਂਗੀਰ ਵੀ ਚੁੱਪ ਕਰਕੇ ਨਾ ਬੈਠਦਾ। ਭਾਈ ਸਾਹਿਬ ਵੀਰ ਸਿੰਘ ਨੇ ਇਸ ਘਟਨਾ ਨੂੰ ਬਾਅਦ ਦੀ ਪਈ ਹੋਈ ਘਟਨਾ ਲਿਖਿਆ ਹੈ, ਪਰ ਉਮਦਾ ਤੁਤ ਤਵਾਰੀਖ ਵਿੱਚ ਬੀਬੀ ਕੌਲਾਂ ਬਾਰੇ ਇਹ ਸ਼ਬਦ ਲਿਖੇ ਹਨ। ਕੌਲਾਂ ਨਾਮ ਦੀ ਕਾਜ਼ੀ ਦੀ ਲੋਢੀ ਜਰਖਰੀਦ ਦਾਸੀ, ਜੋ ਕਿ ਇਸ ਉੱਚੇ ਦਰਬਾਰ ਦੇ ਉਪਾਸ਼ਕਾਂ ਦੀ ਗਿਣਤੀ ਵਿੱਚੋਂ ਸੀ, ਈਮਾਨ ਲੈ ਆਈ, ਸਿੱਖ ਬਣ ਗਈ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਸਿੱਖ ਇਤਿਹਾਸ ਦੇ ਸੋਮੇ ਵਿੱਚ ਠੀਕ ਲਿਖਿਆ ਹੈ ਕਿ ਕੌਲਾਂ ਸੰਬੰਧੀ ਮੇਰਾ ਨਿਸ਼ਚਾ ਹੈ ਕਿ ਇਹ ਕਾਜ਼ੀ ਦੀ ਲੜਕੀ ਨਹੀਂ ਸੀ, ਬਲਕਿ ਕਾਜ਼ੀ ਦੀ ਕਨੀਜ਼ ਸੀ, ਜੋ ਪਹਿਲਾਂ ਹਿੰਦੂ ਹੋਵੇਗੀ। ਸਮੇਂ ਦੇ ਰਿਵਾਜ ਅਨੁਸਾਰ ਕਾਜ਼ੀ ਨੇ ਇਸ ਨਾਲ ਸਖਤੀ ਕੀਤੀ ਹੋਵੇਗੀ। ਸਮੇਂ ਦਾ ਕਾਨੂੰਨ ਗੋਲੀਆਂ ਬਾਂਦੀਆਂ ਲਈ ਮਾਲਕ ਨੂੰ ਛੱਡ ਜਾਣ ਦੀ ਆਗਿਆ ਨਹੀਂ ਦਿੰਦਾ ਸੀ, ਸੋ ਉਹ ਨੱਸ ਕੇ ਸਤਿਗੁਰੂ ਪਾਸ ਆ ਗਈ ਹੋਵੇਗੀ ਤੇ ਸਤਿਗੁਰੂ ਜੀ ਨੇ ਉਸ ਦੀਆਂ ਬਾਹਾਂ ਕਾਜ਼ੀ ਦੇ ਹਵਾਲੇ ਨਹੀਂ ਕੀਤੀਆਂ ਹੋਣਗੀਆਂ। ਕੌਲਾਂ ਨੇ ਮੀਆਂ ਮੀਰ ਜੀ ਨੂੰ ਜਾ ਕੇ ਸਾਰਾ ਬਿਰਤਾਂਤ ਸੁਣਾਇਆ ਤੇ ਮੀਆਂ ਮੀਰ ਨੇ ਆਪਣੇ ਚੇਲੇ ਅਬਦੁੱਲਾ ਸ਼ਾਹ ਕੌਲਾਂ ਨਾਲ ਦੇ ਕਰ ਗੁਰੂ ਹਰਗੋਬਿੰਦ ਜੀ ਵੱਲ ਭੇਜ ਦਿੱਤਾ ਤੇ ਆਖ ਦਿੱਤਾ ਕਿ ਕੌਲਾਂ ਸ਼ਰਨ ਆਈ ਹੈ, ਇਸ ਦੀ ਜਾਨ ਬਚਾਉਣਾ ਤੁਹਾਡਾ ਤੇ ਸਾਡਾ ਧਰਮ ਹੈ। ਫਿਰ ਕੌਲਾਂ ਦਾ ਨਾਮ ਵੀ ਹਿੰਦੂ ਹੈ, ਜਾਂ ਕੌਲ ਦੀ ਪੱਕੀ ਹੋਣ ਕਰਕੇ ਕੌਲਾਂ ਵੀ ਪੈ ਸਕਦਾ ਹੈ। ਦੂਸਰੇ ਇਹ ਨਾਂ ਸਾਂਝਾ ਹੈ। ਨਿਰਲੇਪਤਾ, ਪਵਿੱਤਰਤਾ ਤੇ ਉਪਰਾਮਤਾ ਦਾ ਚਿੰਨ੍ਹ ਵੀ ਕੌਲ ਹੈ। ਕੌਲਾਂ ਦਾ ਜੀਵਨ ਐਸਾ ਹੀ ਸੀ ਤੇ ਉਸ ਦਾ ਨਾਮ ਕੌਲਾਂ ਪੱਕ ਗਿਆ। ਗੁਰੂ ਮਹਾਰਾਜ ਨੇ ਵੀ ਸਦੀਵੀ ਯਾਦਗਾਰ ਲਈ ਕੌਲਸਰ ਬਣਾਇਆ, ਜੋ ਨਿਰਲੇਪਤਾ ਦਾ ਹੀ ਚਿੰਨ੍ਹ ਹੈ। ਪੰਜਾਬ ਵਿੱਚ ਹਲਚਲ। ਜਹਾਂਗੀਰ ਦੇ ਅੰਤਲੇ ਸਾਲ ਤੇ ਮੌਤ। 1622 ਈਸਵੀ ਵਿੱਚ ਅਜੇ ਜਹਾਂਗੀਰ ਕਸ਼ਮੀਰ ਵਿੱਚ ਹੀ ਸੀ ਕਿ ਇਹ ਖਬਰ ਪੁੱਜੀ ਕਿ ਕੰਧਾਰ ਤੇ ਈਰਾਨ ਦੇ ਸ਼ਾਹ ਨੇ ਹਮਲਾ ਕਰ ਦਿੱਤਾ ਹੈ। ਨੂਰ ਜਹਾਨ ਨੇ ਸ਼ਹਿਰਯਾਰ ਨੂੰ ਕੰਧਾਰ ਦੀ ਮੁਹਿੰਮ ਦਾ ਇੰਚਾਰਜ ਬਣਾ ਕੇ ਭੇਜਿਆ ਤਾਂ ਕਿ ਸ਼ਹਿਰਯਾਰ ਆਪਣੀ ਕੀਮਤ ਤੇ ਕੌਤਕ ਪ੍ਰਗਟ ਕਰ ਸਕੇ। ਉਸ ਦੇ ਨਾਲ ਮਿਰਜ਼ਾ ਰੁਸਤਮ ਖਾਂ ਨੂੰ ਸਿਪਾਹ ਸਲਾਰ ਬਣਾ ਕੇ ਭੇਜਿਆ। ਆਪਣੇ ਨਜ਼ਦੀਕੀ ਅਮਾਨ ਉੱਲਾ ਖਾਂ ਨੂੰ ਲਾਹੌਰ ਭੇਜ ਦਿੱਤਾ। ਨੂਰ ਜਹਾਨ ਨੇ ਸ਼ਹਿਜ਼ਾਦਾ ਖੁਰਮ ਸ਼ਾਹਜਹਾਨ ਨੂੰ ਵੀ ਸੱਦ ਘੱਲਿਆ ਤੇ ਮੁਹੱਬਤ ਖਾਂ ਨੂੰ ਪੇਸ਼ ਹੋਣ ਲਈ ਕਿਹਾ। ਆਸਫ ਖਾਂ ਨੂੰ ਦਿੱਲੀ ਦੇ ਇੰਤਜ਼ਾਮ ਲਈ ਭੇਜ ਦਿੱਤਾ ਤੇ ਇਤਕਾਦ ਖਾਂ ਨੂੰ ਅਮਾਨ ਉੱਲਾ ਦੀ ਮਦਦ ਲਈ ਲਾਹੌਰ ਭੇਜ ਦਿੱਤਾ। ਜਹਾਂਗੀਰ ਇਤਨਾ ਘਬਰਾਇਆ ਕਿ ਸ਼ਹਿਜ਼ਾਦਾ ਖੁਰਮ ਨੂੰ ਛੇਤੀ ਲਾਹੌਰ ਆਉਣ ਲਈ ਕਿਹਾ। ਉਸ ਵੱਲ ਮਾਸੂਮ ਖਾਂ ਨੂੰ ਭੇਜਿਆ। ਈਰਾਨ ਦੇ ਸ਼ਾਹ ਨੇ ਉਲਟ ਗੱਲ ਲਿਖੀ ਕਿ ਜਹਾਂਗੀਰ ਈਰਾਨ ਦੇ ਹੱਲੇ ਦੀਆਂ ਤਿਆਰੀਆਂ ਕਰ ਰਿਹਾ ਹੈ। ਜਹਾਂਗੀਰ ਨੇ ਉੱਤਰ ਵਜੋਂ ਲਿਖਿਆ, ਇਹ ਨਿਰਮੂਲ ਹੈ। ਜਹਾਂਗੀਰ ਨੂੰ ਸਮਝਣ ਦੀ ਦੇਰੀ ਨਾ ਲੱਗੀ ਕਿ ਈਰਾਨ ਵੱਲੋਂ ਕਿਸੇ ਸਮੇਂ ਵੀ ਹੱਲਾ ਹੋ ਸਕਦਾ ਹੈ। ਜਹਾਂਗੀਰ ਨੇ ਫੌਜਾਂ ਇਕੱਠੀਆਂ ਕਰਨ ਦਾ ਕੰਮ ਜਾਰੀ ਰੱਖਿਆ। ਸ਼ਾਹਜਹਾਨ ਕੋਲ ਜਦ ਮਾਸੂਮ ਖਾਂ ਸੁਨੇਹਾ ਲੈ ਕੇ ਪੁੱਜਾ ਤਾਂ ਉਸਨੇ ਪੰਜਾਬ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਬਗਾਵਤ ਉੱਤੇ ਤੁਲ ਪਿਆ। ਪੰਜਾਬ ਵੱਲ ਜਾਂਦੇ ਖਜ਼ਾਨੇ ਉੱਤੇ ਉਸਨੇ ਕਬਜ਼ਾ ਕਰਨਾ ਚਾਹਿਆ, ਪਰ ਆਸਫ ਖਾਂ ਦੀ ਦਲੇਰੀ ਨੇ ਖੁਰਮ ਨੂੰ ਕਾਮਯਾਬ ਨਾ ਹੋਣ ਦਿੱਤਾ। ਇਸ ਪਹਿਲੀ ਹਾਰ ਨਾਲ ਹੀ ਖੁਰਮ ਦੱਖਣ ਵੱਲ ਨੱਸ ਪਿਆ। ਮਾਸੂਮ ਖਾਨ ਜੋ ਸੁਨੇਹਾ ਲੈ ਕੇ ਗਿਆ ਸੀ ਵੀ ਨਾਲ ਹੀ ਮਿਲ ਗਿਆ। ਦੱਖਣ ਤੋਂ ਖੁਰਮ ਨੇ ਜਹਾਂਗੀਰ ਵਿਰੁੱਧ ਮੁਹਿੰਮ ਜਾਰੀ ਰੱਖੀ। ਪੰਜਾਬ ਵਿੱਚ ਤੰਗ ਕਰਨ ਲਈ ਪਹਾੜੀ ਰਾਜਿਆਂ ਨੂੰ ਬਗਾਵਤ ਲਈ ਪ੍ਰੇਰਿਆ। ਰਾਜਾ ਜਗਤ ਸਿੰਘ ਨੇ ਤਕੜੀ ਵਜੋਂ ਇਕੱਠੀ ਕਰ ਲਈ। ਜਹਾਂਗੀਰ ਨੇ ਲਾਹੌਰ ਦੇ ਬਖਸ਼ੀ ਸਾਦਕ ਅਲੀ ਨੂੰ ਪਹਾੜੀ ਰਾਜਿਆਂ ਵੱਲ ਭੇਜਿਆ ਕਿ ਜਗਤ ਸਿੰਘ ਨੂੰ ਜਿੰਦਾ ਹੀ ਪਕੜ ਲਿਆਵੇ।
ਜਦ ਸਾਦਕ ਅਲੀ ਨੂੰ ਖਾਸ ਕਾਮਯਾਬੀ ਨਾ ਮਿਲੀ ਤਾਂ ਜਹਾਂਗੀਰ ਨੇ ਆਪ ਮੁਹਿੰਮ ਝਾੜਨ ਦਾ ਫੈਸਲਾ ਕੀਤਾ। ਜਹਾਂਗੀਰ ਦਾ ਆਉਣਾ ਸੁਣ ਕੇ ਉਹ ਦੱਖਣ ਵੱਲ ਨੱਸ ਪਿਆ। ਜਹਾਂਗੀਰ 1624 ਵਿੱਚ ਫਿਰ ਕਸ਼ਮੀਰ ਚਲਾ ਗਿਆ ਕਿਉਂਕਿ ਉਸ ਦੀ ਸਿਹਤ ਬਹੁਤ ਹੀ ਖਰਾਬ ਹੋ ਗਈ ਸੀ। ਸਾਦਕ ਖਾਂ ਨੂੰ ਹੀ ਪੰਜਾਬ ਦਾ ਗਵਰਨਰ ਥਾਪ ਦਿੱਤਾ। ਜਹਾਂਗੀਰ ਨੇ ਖੁਰਮ ਦੀ ਹਾਰ ਦੀ ਖਬਰ ਕਸ਼ਮੀਰ ਹੀ ਸੁਣੀ ਤੇ ਉੱਥੋਂ ਲਾਹੌਰ ਵੱਲ ਚੱਲ ਪਿਆ। 1625 ਈਸਵੀ ਵਿੱਚ ਵਾਪਸ ਲਾਹੌਰ ਪੁੱਜਦੇ ਸਾਰ ਫਿਰ ਬਿਮਾਰੀ ਦਾ ਹਮਲਾ ਹੋ ਗਿਆ ਤੇ ਉਹ ਫਿਰ ਛੇਤੀ ਨਾਲ ਕਸ਼ਮੀਰ ਚਲਾ ਗਿਆ। ਗਰਮੀਆਂ ਕੱਟ ਕੇ ਫਿਰ ਲਾਹੌਰ ਆਇਆ ਤੇ 1 ਲੱਖ ਰੁਪਇਆ ਈਰਾਨ ਦੇ ਸ਼ਾਹ ਨੂੰ ਭੇਜਿਆ ਤੇ ਆਪ ਕਾਬਲ ਵੱਲ ਚੱਲ ਪਿਆ। ਨੂਰ ਜਹਾਨ ਨੇ ਮੁਹੱਬਤ ਖਾਂ ਨੂੰ ਪੇਸ਼ ਹੋਣ ਲਈ ਕਿਹਾ। ਮੁਹੱਬਤ ਖਾਂ ਨੇ ਆਪਣੀ ਬੇਇੱਜ਼ਤੀ ਸਮਝੀ ਤੇ ਜੇਲਮ ਦੇ ਕੰਢੇ ਜਹਾਂਗੀਰ ਨੂੰ ਗ੍ਰਿਫਤਾਰ ਕਰ ਲਿਆ। ਨੂਰ ਜਹਾਨ ਨੇ ਨਿਰੋਲ ਸਿਆਣਪ ਤੇ ਜੁਰਤ ਨਾਲ ਜਹਾਂਗੀਰ ਨੂੰ ਰਿਹਾ ਕਰਾਇਆ। ਉੱਥੇ ਹੀ ਜਹਾਂਗੀਰ ਨੂੰ ਜੋੜਾਂ ਦੀ ਸਖਤ ਪੀੜ ਹੋਈ। ਉਹ ਦੱਖਣ ਜਾਣ ਲਈ ਤਿਆਰ ਸੀ ਪਰ ਸਿਹਤ ਇਤਨੀ ਵਿਗੜ ਚੁੱਕੀ ਸੀ ਕਿ ਉੱਧਰ ਜਾ ਨਾ ਸਕਿਆ ਤੇ ਕਸ਼ਮੀਰ ਹੀ ਚਲਾ ਗਿਆ। ਜਹਾਂਗੀਰ ਘੋੜੇ ਉੱਤੇ ਸਵਾਰ ਨਹੀਂ ਸੀ ਹੋ ਸਕਦਾ ਤੇ ਪਾਲਕੀ ਵਿੱਚ ਹੀ ਇੱਧਰ ਉੱਧਰ ਜਾਂਦਾ ਸੀ। 1627 ਈਸਵੀ ਦੀ ਸਰਦੀ ਦੇ ਆਰੰਭ ਵਿੱਚ ਉਹ ਵਾਪਸ ਲਾਹੌਰ ਵੱਲ ਚੱਲ ਪਿਆ। ਰਾਹ ਵਿੱਚ ਬਹਿਰਾਮ ਗਲਾ ਦੇ ਸਥਾਨ ਉੱਤੇ ਉਸਨੂੰ ਸ਼ਿਕਾਰ ਦਾ ਸ਼ੌਂਕ ਜਾਗਿਆ। ਸ਼ਿਕਾਰ ਸਮੇਂ ਇੱਕ ਐਸੀ ਦੁਰਘਟਨਾ ਹੋ ਗਈ ਕਿ ਬਾਦਸ਼ਾਹ ਬੇਚੈਨ ਹੋ ਗਿਆ। ਇੱਕ ਲੜਕਾ ਜੋ ਸ਼ਿਕਾਰ ਨੂੰ ਘੇਰ ਕੇ ਨਿਸ਼ਾਨੇ ਦੇ ਸਾਹਮਣੇ ਲਿਆਉਂਦਾ ਸੀ, ਇੱਕ ਉੱਚੀ ਚੱਟਾਨ ਤੋਂ ਡਿੱਗ ਕੇ ਚਕਨਾਚੂਰ ਹੋ ਗਿਆ। ਉਸ ਲੜਕੇ ਦੀ ਚੀਕ ਨੇ ਜਹਾਂਗੀਰ ਨੂੰ ਬੇਹਾਲ ਕਰ ਦਿੱਤਾ। ਇਕਬਾਲ ਨਾਮਾ ਵਾਲਾ ਲਿਖਦਾ ਹੈ ਕਿ ਜਦ ਸ਼ਰਾਬ ਦਾ ਗਲਾਸ ਆਇਆ ਤਾਂ ਜਹਾਂਗੀਰ ਪੀ ਨਾ ਸਕਿਆ। ਰਾਤਾਂ ਨੂੰ ਘਬਰਾਹਟ ਵਧਣ ਲੱਗੀ। ਰਾਜੌਰੀ ਪੁੱਜ ਕੇ ਜਹਾਂਗੀਰ ਦੀ ਹਾਲਤ ਵਿਗੜਨ ਲੱਗੀ ਤੇ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ। 8 ਨਵੰਬਰ 1627 ਨੂੰ ਸਵੇਰ ਸਮੇਂ ਚੰਗੇਜ਼ ਹੱਟੀ ਭਿੰਬਰ ਦੇ ਕਿਨਾਰੇ ਰੂਹ ਸਰੀਰ ਨੂੰ ਛੱਡ ਗਈ। ਨੂਰ ਜਹਾਨ ਉਸਦੇ ਮ੍ਰਿਤਕ ਸਰੀਰ ਨੂੰ ਲਾਹੌਰ ਲੈ ਆਈ ਅਤੇ ਰਾਵੀ ਦੇ ਕਿਨਾਰੇ ਸ਼ਾਦਰਾ ਵਿਖੇ, ਜਿੱਥੇ ਜਹਾਂਗੀਰ ਨੇ ਆਪਣਾ ਮਕਬਰਾ ਬਣਾਇਆ ਹੋਇਆ ਸੀ, ਦਫਨਾ ਦਿੱਤਾ। ਜਹਾਂਗੀਰ ਦੀ ਮੌਤ ਨਾਲ ਫਿਰ ਤਖਤ ਨਸ਼ੀਨੀ ਦੀ ਜੰਗ ਸ਼ੁਰੂ ਹੋ ਗਈ। ਸ਼ਾਹਜਹਾਨ ਦਾ ਤਖਤ ਉੱਤੇ ਬੈਠਣਾ। ਮੁਹੱਬਤ ਖਾਂ ਹੱਥੋਂ ਹਾਰ ਕੇ ਸ਼ਾਹਜਹਾਨ ਦੱਖਣ ਵੱਲ ਨੱਸ ਗਿਆ ਸੀ ਤੇ ਜਹਾਂਗੀਰ ਦੀ ਮੌਤ ਸਮੇਂ ਵੀ ਉਹ ਦੱਖਣ ਵਿੱਚ ਹੀ ਸੀ। ਮੁਮਤਾਜ਼ ਮਹਲ ਦਾ ਬਾਪ ਆਸਫ ਖਾਂ ਸ਼ਾਹੀ ਲਸ਼ਕਰ ਦੇ ਨਾਲ ਸੀ। ਉਸਨੇ ਮੌਕੇ ਦੀ ਨਜ਼ਾਕਤ ਨੂੰ ਸਮਝ ਲਿਆ ਤੇ ਉਸੇ ਸਮੇਂ ਹੀ ਬਨਾਰਸੀ ਨਾਮ ਦੇ ਹਰਕਾਰੇ ਨੂੰ ਸ਼ਾਹਜਹਾਨ ਵੱਲ ਭੇਜ ਦਿੱਤਾ। ਚਿੱਠੀ ਲਿਖਣ ਦਾ ਸਮਾਂ ਨਹੀਂ ਸੀ, ਇਸ ਲਈ ਉਸਨੇ ਹੱਥ ਦੀ ਅੰਗੂਠੀ ਨਿਸ਼ਾਨੀ ਲਈ ਦੇ ਦਿੱਤੀ। ਖੁਸਰੋ ਦਾ ਬੇਟਾ ਦਾਵਰ ਬਖਸ਼ ਸ਼ਾਹੀ ਲਸ਼ਕਰ ਨਾਲ ਹੀ ਨਜ਼ਰਬੰਦੀ ਦੀ ਹਾਲਤ ਵਿੱਚ ਸੀ। ਆਸਫ ਖਾਨ ਨੇ ਇੱਕ ਚਾਲ ਚੱਲ ਕੇ ਇਰਾਦਤ ਖਾਨ ਨੂੰ ਨਾਲ ਮਿਲਾਇਆ ਤੇ ਦਾਵਰ ਬਖਸ਼ ਨੂੰ ਘੋੜੇ ਉੱਤੇ ਸਵਾਰ ਕਰਕੇ ਸ਼ਾਹੀ ਛਤਰ ਝੁਲਾ ਦਿੱਤਾ। ਲਸ਼ਕਰ ਉੱਤੇ ਇਹ ਪ੍ਰਗਟ ਹੋਇਆ ਕਿ ਤਖਤ ਖਾਲੀ ਨਹੀਂ। ਆਸਫ ਖਾਨ ਸਮਾਂ ਚਾਹੁੰਦਾ ਸੀ। ਨੂਰ ਜਹਾਨ ਦੀ ਸਾਰੀ ਕੋਸ਼ਿਸ਼ ਸ਼ਹਿਰਯਾਰ ਨੂੰ ਤਖਤ ਦਾ ਮਾਲਕ ਬਣਾਉਣ ਦੀ ਸੀ। ਸ਼ਹਿਰਯਾਰ ਨੂਰ ਜਹਾਨ ਦਾ ਜਵਾਈ ਸੀ ਤੇ ਉਸ ਦੀ ਲੜਕੀ ਲਾਡਲੀ ਬੇਗਮ, ਜੋ ਸ਼ੇਰ ਅਫਗਨ ਤੋਂ ਸੀ, ਨਾਲ ਵਿਆਹਿਆ ਹੋਇਆ ਸੀ। ਨੂਰ ਜਹਾਨ ਨੇ ਕਈ ਵਾਰੀ ਆਸਫ ਖਾਨ ਨੂੰ ਮੁਲਾਕਾਤ ਲਈ ਬੁਲਾਇਆ ਪਰ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲਦਾ ਹੀ ਰਿਹਾ। ਭਿੰਬਰ ਦੇ ਸਥਾਨ ਉੱਤੇ ਜੁੰਮੇ ਦੀ ਨਮਾਜ਼ ਉਪਰੰਤ ਦਾਵਰ ਬਖਸ਼ ਦੇ ਨਾਂ ਖੁਤਬਾ ਪੜ੍ਹ ਦਿੱਤਾ ਗਿਆ। ਸ਼ਹਿਰਯਾਰ ਉਸ ਸਮੇਂ ਲਾਹੌਰ ਵਿੱਚ ਸੀ ਤੇ ਜਹਾਂਗੀਰ ਦੀ ਮੌਤ ਸੁਣ ਕੇ ਲਾਡਲੀ ਬੇਗਮ ਨਾਲ ਸਲਾਹ ਕਰਕੇ ਉਸਨੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਸ਼ਾਹੀ ਖਜ਼ਾਨੇ ਉੱਤੇ ਕਬਜ਼ਾ ਵੀ ਕਰ ਲਿਆ। ਫੌਜ ਨੂੰ ਆਪਣੇ ਵੱਲ ਕਰਨ ਲਈ ਦੌਲਤ ਲੁਟਾਣੀ ਆਰੰਭ ਕਰ ਦਿੱਤੀ। ਇੱਕ ਹਫ਼ਤੇ ਵਿੱਚ ਹੀ 70 ਲੱਖ ਰੁਪਇਆ ਉਸਨੇ ਖਰਚ ਕਰ ਦਿੱਤਾ। ਜਹਾਂਗੀਰ ਦੇ ਭਰਾ ਦਾਨਿਆਲ ਦਾ ਪੁੱਤਰ ਮਿਰਜ਼ਾ ਬਾਇਸਤਗਰ ਵੀ ਨਾਲ ਮਿਲ ਗਿਆ। ਮਿਰਜ਼ੇ ਨੂੰ ਸ਼ਹਿਰਯਾਰ ਨੇ ਸਿਪਾਹ ਸਲਾਰ ਨਿਯਤ ਕਰ ਦਿੱਤਾ। ਆਸਫ ਖਾਨ ਨੂੰ ਖਬਰਾਂ ਪੁੱਜ ਰਹੀਆਂ ਸਨ। ਉਹ ਦਾਵਰ ਬਖਸ਼ ਨੂੰ ਹਾਥੀ ਉੱਤੇ ਬਿਠਾ ਕੇ ਲਸ਼ਕਰ ਨਾਲ ਲਾਹੌਰ ਵੱਲ ਵੱਧ ਰਿਹਾ ਸੀ। ਸ਼ਹਿਰਯਾਰ ਨੇ ਲਾਹੌਰ ਤੋਂ 3 ਕੋ ਗੁਜਰਾਤ ਵੱਲ ਅੱਗੇ ਹੋ ਕੇ ਟਾਕਰਾ ਕੀਤਾ ਪਰ ਉਸ ਦੀਆਂ ਫੌਜਾਂ ਹਾਰ ਗਈਆਂ। ਹਾਰ ਸੁਣ ਕੇ ਘਬਰਾ ਗਿਆ ਤੇ ਕਿਲੇ ਵਿੱਚ ਛੁਪ ਗਿਆ। ਦੂਜੇ ਦਿਨ ਆਸਫ ਖਾਨ ਨੇ ਕਿਲੇ ਨੂੰ ਘੇਰ ਲਿਆ। ਆਸਫ ਖਾਨ ਨੇ ਕਿਲੇ ਦੇ ਰਾਖਿਆਂ ਨੂੰ ਵੱਡੀ ਰਕਮ ਦੇ ਕੇ ਆਪਣੇ ਵੱਲ ਕਰ ਲਿਆ ਤੇ ਰਾਤ ਨੂੰ ਹੀ ਇਰਾਦਤ ਖਾਂ ਕਿਲੇ ਦੇ ਅੰਦਰ ਜਾ ਵੜਿਆ। ਦਰਵਾਜ਼ੇ ਖੁੱਲ੍ਹ ਗਏ ਤੇ ਦਿਨ ਚੜ੍ਹਦੇ ਤੱਕ ਫੌਜ ਲਾਹੌਰ ਸ਼ਹਿਰ ਦੇ ਕਿਲੇ ਉੱਤੇ ਕਾਬਜ਼ ਹੋ ਗਈ। ਸ਼ਹਿਰਯਾਰ ਹਰਮਸਰਾ ਵਿੱਚ ਛੁਪਿਆ ਹੋਇਆ ਸੀ ਤੇ ਉਸ ਨੂੰ ਜਨਾਨਾ ਕੱਪੜਿਆਂ ਵਿੱਚ ਪਕੜ ਲਿਆ ਗਿਆ। ਦਾਵਰ ਬਖਸ਼ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਉਸ ਨੇ ਸਿੱਖੇ ਸਿਖਾਏ ਨਜ਼ਰਬੰਦ ਕਰਨ ਦਾ ਹੁਕਮ ਦਿੱਤਾ ਤੇ ਫਿਰ ਅੰਨ੍ਹਿਆ ਕਰਨ ਦਾ ਹੁਕਮ ਦਿੱਤਾ। ਆਸਫ ਖਾਂ ਅੰਦਰੋਂ ਅੰਦਰ ਲਾਹੌਰ ਵਿੱਚ ਵਾਪਰ ਰਹੀਆਂ ਖਬਰਾਂ ਸ਼ਾਹਜਹਾਨ ਤੱਕ ਪਹੁੰਚਾ ਰਿਹਾ ਸੀ। ਬਨਾਰਸੀ ਹਰਕਾਰਾ 20 ਦਿਨਾਂ ਉਪਰੰਤ ਜੁਨੇਰ ਕਿਲਾ ਦੇ ਅਸਥਾਨ ਉੱਤੇ ਸ਼ਾਹਜਹਾਨ ਨੂੰ 28 ਨਵੰਬਰ 1627 ਈਸਵੀ ਨੂੰ ਮਿਲਿਆ। ਸ਼ਾਹਜਹਾਨ ਨੇ ਉਸ ਸਮੇਂ ਹੀ ਆਸਫ ਖਾਨ ਨੂੰ ਲਿਖਿਆ,
ਚੰਗਾ ਹੋਵੇ ਜੇ ਸ਼ਹਿਰਯਾਰ, ਬੁਲਾਕੀ, ਡਾਵਰ ਬਖਸ਼ ਤੇ ਦਾਨਿਆਲ ਦੀ ਸਾਰੀ ਸੰਤਾਨ ਨੂੰ ਅਗਲੇ ਜਹਾਨ ਭੇਜ ਦਿੱਤਾ ਜਾਏ। ਆਸਫ ਖਾਂ ਉਸੇ ਸਮੇਂ ਤੱਕ ਉਡੀਕਣਾ ਚਾਹੁੰਦਾ ਸੀ ਜਦ ਤੱਕ ਸ਼ਾਹਜਹਾਨ ਆਗਰੇ ਨਾ ਪੁੱਜ ਜਾਏ। ਸ਼ਾਹਜਹਾਨ ਆਗਰੇ ਵੱਲ 2 ਦਸੰਬਰ ਨੂੰ ਚੱਲ ਪਿਆ ਤੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਉਸ ਦੇ ਨਾਂ ਦਾ ਖੁਤਬਾ ਪੜ੍ਹਿਆ ਗਿਆ। ਉੱਧਰ ਖੁਤਬਾ ਪੜ੍ਹਿਆ ਤੇ ਇੱਧਰ ਨੂਰ ਜਹਾਨ ਨੂੰ ਪੂਰੀ ਤਰ੍ਹਾਂ ਨਜ਼ਰਬੰਦ ਕਰ ਲਿਆ ਗਿਆ। ਦਾਵਰ ਬਖਸ਼ ਨੂੰ ਉਸਦੇ ਭਰਾ ਸਮੇਤ ਗ੍ਰਿਫਤਾਰ ਕੀਤਾ ਤੇ 6 ਦਿਨਾਂ ਬਾਅਦ ਦੋਨੋਂ ਹੀ ਕਤਲ ਕਰ ਦਿੱਤੇ ਗਏ। ਤੀਸਰੇ ਨੂੰ ਆਸਫ ਖਾਂ ਨੇ ਈਰਾਨ ਵੱਲ ਭੇਜ ਦਿੱਤਾ। ਦਾਨਿਆਲ ਦੇ ਪੁੱਤਰਾਂ ਤਹਿਮੁਰਸ ਤੇ ਹੋਸ਼ਿੰਗ ਨੂੰ ਵੀ ਕਤਲ ਕਰ ਦਿੱਤਾ। ਆਗਰੇ ਵਿੱਚ ਪੁੱਜ ਕੇ 6 ਫਰਵਰੀ 1628 ਖੁਰਮ, ਅਬੁਲ ਮੁਜ਼ੱਫਰ, ਸ਼ਿਹਾਬਦੀਨ, ਮੁਹੰਮਦ ਸਾਹਿਬ ਕਰਾਨੇ, ਸ਼ਾਹਜਹਾਨ ਪਾਤਸ਼ਾਹ ਗਾਜ਼ੀ ਦਾ ਨਾਂ ਧਰ ਕੇ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਸ਼ਾਹਜਹਾਨ ਨੇ ਲਾਹੌਰ ਆਉਣ ਦਾ ਖਿਆਲ ਹੀ ਨਾ ਕੀਤਾ ਤੇ ਉੱਥੋਂ ਹੀ ਖਿਦਮਤ ਪ੍ਰਸਤ ਖਾਂ ਰਜ਼ਾ ਬਹਾਦਰ ਨੂੰ ਲਾਹੌਰ ਦਾ ਹਾਕਮ ਨਿਯਤ ਕੀਤਾ, ਪਰ ਛੇਤੀ ਹੀ ਆਸਫ ਖਾਂ ਨੂੰ ਲਾਹੌਰ ਦਾ ਸਮੁੱਚਾ ਹਾਕਮ ਨਿਯਤ ਕਰ ਦਿੱਤਾ। ਪਰ ਆਸਫ ਖਾਂ ਪਾਸ ਵਜ਼ੀਰ ਆਜ਼ਮ ਅਤੇ ਹੋਰ ਕੋਈ ਐਸੇ ਫਰਜ਼ ਸਨ। ਇਸ ਲਈ 1628 ਦੇ ਅੰਤ ਵਿੱਚ ਕੁਲੀਜ਼ ਖਾਂ ਨੂੰ ਗਵਰਨਰ ਥਾਪ ਦਿੱਤਾ ਗਿਆ। ਅਗਲੇ ਸਾਲ ਕੁਲੀਜ਼ ਖਾਂ ਦੀ ਤਬਦੀਲੀ ਇਲਾਹਾਬਾਦ ਕਰ ਦਿੱਤੀ ਗਈ ਤੇ ਅਨਾਇਤ ਏਜ਼ਦੀ ਨੂੰ ਲਾਹੌਰ ਦਾ ਹਾਕਮ ਮੁਕਰਰ ਕੀਤਾ। 1632 ਵਿੱਚ ਅਨਾਇਤ ਨੂੰ ਨਾਅਹਿਲ ਜਾਣ ਕੇ ਉਸ ਦੀ ਥਾਂ ਵਜ਼ੀਰ ਖਾਨ ਮੁਕਰਰ ਕਰ ਦਿੱਤਾ ਗਿਆ। ਵਜ਼ੀਰ ਖਾਂ ਗੁਰੂ ਘਰ ਦਾ ਸ਼ਰਧਾਲੂ ਅਤੇ ਇੱਕ ਤਗੜਾ ਸਿਆਣਾ ਪ੍ਰਬੰਧਕ ਸੀ। ਪਹਾੜੀ ਰਾਜਿਆਂ ਦਾ ਲਾਹੌਰ ਤੋਂ ਮੁੜ ਕੇ ਅੰਮ੍ਰਿਤਸਰ ਆਉਣਾ। ਅੰਮ੍ਰਿਤਸਰ ਬੈਠੇ ਗੁਰੂ ਹਰਗੋਬਿੰਦ ਜੀ ਇਹਨਾਂ ਸਾਰੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਨੀਝ ਨਾਲ ਦੇਖ ਰਹੇ ਸਨ। ਉਹ ਜਾਣਦੇ ਸਨ ਕਿ ਹਾਲਾਤ ਦਿਨੋਂ ਦਿਨ ਵਿਗੜ ਰਹੇ ਸਨ ਤੇ ਐਸਾ ਸੰਭਵ ਹੈ ਕਿ ਮਾੜੀ ਸੂਰਤ ਵੀ ਅਖਤਿਆਰ ਕਰ ਜਾਣ। ਆਸਫ ਖਾਂ ਨੇ ਪਹਾੜੀ ਰਾਜਿਆਂ ਨੂੰ ਲਾਹੌਰ ਬੁਲਾਇਆ ਤਾਂ ਕਿ ਨਵੇਂ ਬਾਦਸ਼ਾਹ ਨੂੰ ਸਲਾਮੀ ਦੇ ਜਾਣ। ਮੰਡੀ, ਸਕੇਤ, ਬਿਲਾਸਪੁਰ, ਨਾਲਾਗੜ੍ਹ ਅਤੇ ਨੂਰਪੁਰ ਦੇ ਰਾਜਿਆਂ ਨੇ ਲਾਹੌਰ ਆ ਖਿਰਾਜ ਦਿੱਤਾ। ਲਾਹੌਰ ਤੋਂ ਜਦ ਅੰਮ੍ਰਿਤਸਰ ਆਏ ਤਾਂ ਗੁਰੂ ਹਰਗੋਬਿੰਦ ਜੀ ਨੇ ਕਮਜ਼ੋਰੀ ਤੋਂ ਉਤਾਂਹ ਉੱਠਣ ਲਈ ਕਿਹਾ। ਉਹਨਾਂ ਵੀ ਨਵੇਂ ਹਾਲਾਤ ਵਿੱਚ ਸਖਤੀ ਦੀ ਸੰਭਾਵਨਾ ਦੱਸੀ। ਸਭ ਰਾਜਿਆਂ ਨੇ ਗੁਰੂ ਜੀ ਨੂੰ ਲਾਹੌਰ ਤੋਂ ਦੂਰ ਕੋਈ ਹੋਰ ਟਿਕਾਣਾ ਬਣਾਉਣ ਲਈ ਵੀ ਕਿਹਾ। ਗੁਰੂ ਜੀ ਪਹਿਲਾਂ ਹੀ ਕਿਸੇ ਥਾਂ ਦੀ ਭਾਲ ਵਿੱਚ ਸਨ ਤੇ ਰਾਜਿਆਂ ਨਾਲ ਹੀ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਨੂੰ ਟਿਕਾਣਾ ਦੇਖਣ ਲਈ ਭੇਜ ਦਿੱਤਾ। ਬਾਬਾ ਗੁਰਦਿੱਤਾ ਜੀ ਨੇ ਹੰਡੂਰ ਦੀ ਜੂਹ ਨੂੰ ਪਸੰਦ ਕੀਤਾ ਤੇ ਗੁਰੂ ਪਾਤਸ਼ਾਹ ਅਸਥਾਨ ਦੇਖਣ ਲਈ ਉੱਥੇ ਗਏ। ਕੀਰਤਪੁਰ। ਗੁਰੂ ਜੀ ਨੇ ਜੂਹ ਦੀ ਥਾਂ ਨਗਰ ਵਸਾ ਦਿੱਤਾ ਤੇ ਨਗਰ ਦਾ ਨਾਂ ਕੀਰਤਪੁਰ ਰੱਖਿਆ। ਸਿੱਖੀ ਲਹਿਰ ਦਾ ਅਗਲਾ ਕਦਮ ਪੁੱਟ ਲਿਆ ਗਿਆ। ਇੱਕ ਤਾਂ ਕੀਰਤਪੁਰ ਜਰਨੈਲੀ ਸੜਕ ਤੋਂ ਦੂਰ ਸੀ, ਦੂਜੇ ਪਹਾੜੀ ਰਾਜਿਆਂ ਵਿੱਚ ਘਿਰਿਆ ਸੀ ਜੋ ਗੁਰੂ ਮਹਾਰਾਜ ਦੇ ਰਿਣੀ ਸਨ, ਤੀਜੇ ਪ੍ਰਚਾਰ ਦੇ ਪੱਖ ਤੋਂ ਵੀ ਇਹ ਥਾਂ ਸੁਹਾਵਣੀ ਸੀ। ਬਾਬਾ ਗੁਰਦਿੱਤਾ ਜੀ ਨੇ ਪੂਰਾ ਧਿਆਨ ਨਗਰ ਨੂੰ ਵਸਾਉਣ ਵਿੱਚ ਲਗਾ ਦਿੱਤਾ। ਵਿਸਾਖੀ ਦਾ ਮੇਲਾ ਜੋ ਸਦਾ ਅੰਮ੍ਰਿਤਸਰ ਵਿੱਚ ਮਨਾਇਆ ਜਾਂਦਾ ਸੀ, ਉਸ ਵਾਰੀ ਕੀਰਤਪੁਰ ਵਿੱਚ ਮਨਾਇਆ ਗਿਆ ਤੇ ਸੰਗਤਾਂ ਨੇ ਸ਼ਹਿਰ ਨੂੰ ਵਸੋਂ ਬਣਾਉਣ ਲਈ ਪੂਰੀ ਸਹਾਇਤਾ ਦਿੱਤੀ। ਲਾਹੌਰ ਦੇ ਪ੍ਰਬੰਧ ਵਿੱਚ ਤਬਦੀਲੀਆਂ। ਬਾਦਸ਼ਾਹ ਬਣਨ ਉਪਰੰਤ ਵੀ ਸ਼ਾਹਜਹਾਨ ਲਾਹੌਰ ਨਾ ਆਇਆ। ਪਹਿਲੀ ਵਾਰ ਸ਼ਾਹਜਹਾਨ ਲਾਹੌਰ 1633 ਵਿੱਚ ਹੀ ਆਇਆ, ਉਹ ਵੀ ਬਹੁਤ ਥੋੜ੍ਹੇ ਸਮੇਂ ਲਈ। ਸੋ ਲਾਹੌਰ ਦੇ ਹਾਕਮ ਵਿੱਚ ਮਨਮਾਨੀ ਕਰਨ ਦਾ ਭਾਵ ਆ ਜਾਣਾ ਸੁਭਾਵਿਕ ਸੀ। ਇੱਕ ਸਾਲ ਵਿੱਚ ਸ਼ਾਹਜਹਾਨ ਨੇ 3 ਗਵਰਨਰ ਬਦਲਾਏ ਤੇ ਅਖੀਰ ਕੁਲੀਜ਼ ਖਾਂ ਨੂੰ ਨਿਯਤ ਕੀਤਾ। ਕੁਲੀਜ਼ ਖਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਮੇਂ ਲਾਹੌਰ ਦਾ ਫੌਜਦਾਰ ਸੀ ਤੇ ਇਸ ਪਦਵੀ ਉੱਤੇ ਆ ਕੇ ਉਸ ਦਾ ਧਿਆਨ ਗੁਰੂ ਹਰਗੋਬਿੰਦ ਜੀ ਵੱਲ ਜਾਣਾ ਕੁਦਰਤੀ ਸੀ। ਫਿਰ ਸ਼ਾਹਜਹਾਨ ਦੇ ਐਸੇ ਫੁਰਮਾਨ ਵੀ ਆ ਰਹੇ ਸਨ ਕਿ ਸਿਵਾਏ ਮੁਸਲਮਾਨਾਂ ਤੋਂ ਕੋਈ ਧਰਮ ਪ੍ਰਚਾਰ ਦੇ ਤਬਲੀਗ ਨਹੀਂ ਕਰ ਸਕਦਾ। ਮੰਦਰ ਜੋ ਅਣਬਣੇ ਜਾਂ ਪਿਛਲੇ ਸਾਲਾਂ ਵਿੱਚ ਬਣੇ ਸਨ, ਉਹ ਤੋੜ ਦਿੱਤੇ ਜਾਣ ਤੇ ਬਣਾਉਣ ਤੋਂ ਰੋਕ ਦਿੱਤੇ ਜਾਣ। ਇਹਨਾਂ ਫੁਰਮਾਨਾਂ ਦਾ ਅਸਰ ਸਿੱਖ ਲਹਿਰ ਉੱਤੇ ਪੈਣਾ ਸੀ। ਇਸ ਫੁਰਮਾਨ ਹੇਠਾਂ ਬਾਉਲੀ ਸਾਹਿਬ ਲਾਹੌਰ ਵੀ ਢਾਹ ਦਿੱਤੀ ਗਈ ਤੇ ਹਰ ਕੋਈ ਦੇਖ ਸਕਦਾ ਸੀ ਕਿ ਅਗਲਾ ਹੱਲਾ ਅੰਮ੍ਰਿਤਸਰ ਤੇ ਹੋਵੇਗਾ। ਕੁਲੀਜ਼ ਖਾਂ ਦਾ ਦੀਵਾਨ ਅਬੁਲ ਹਸਨ ਸੀ ਤੇ ਫੌਜਦਾਰ ਮੁਖਲਿਸ ਖਾਂ ਸੀ। ਮੁਖਲਿਸ ਖਾਂ ਫੌਜਦਾਰ ਹੋਣ ਕਰਕੇ ਆਪਣੀ ਹੋਂਦ ਨੂੰ ਜਤਾਉਂਦਾ ਰਹਿੰਦਾ ਸੀ। ਕੁਲੀਜ਼ ਖਾਂ ਦਾ ਗਵਰਨਰ ਬਣਨਾ ਸੁਣ ਕੇ ਚੰਦੂ ਦਾ ਪੁੱਤਰ ਕਮਰ ਚੰਦ ਵੀ ਆਪਣਾ ਹੱਕ ਲੈਣ ਲਈ ਲਾਹੌਰ ਪੁੱਜਾ। ਮਿਹਰਬਾਨ ਨੇ ਸੁਲਹੀ ਖਾਂ ਦੇ ਪੁੱਤਰ ਜਮਾਲ ਖਾਂ ਨੂੰ ਨਾਲ ਲਿਆ ਤੇ ਲਾਹੌਰ ਫਰਿਆਦੀ ਬਣਿਆ। ਕਾਸਮ ਬੇਗ ਖਾਂ ਨੇ ਰੁਸਤਮ ਖਾਂ ਨੂੰ ਗੁਰੂ ਹਰਗੋਬਿੰਦ ਬਾਰੇ ਰੌਲਾ ਪਾਉਣ ਲਈ ਚੁੱਕਿਆ ਤੇ ਜਲੰਧਰ ਦੇ ਅਬਦੁੱਲਾ ਖਾਂ ਨੇ ਆਪਣੀ ਸ਼ਿਕਾਇਤ ਭੇਜੀ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 68 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।